ਸਤਿ ਸ਼੍ਰੀ ਅਕਾਲ ਦੋਸਤੋ। ਸਾਡੇ ਨਾਲ ਇਸ ਸਮੇਂ ਨੇ ਸੰਗੀਤ ਜਗਤ ਦੀ ਮਾਇਆ ਨਾਜ਼ ਹਸਤੀ ਡਾਕਟਰ ਗੁਰਨਾਮ ਸਿੰਘ ਹੋਰੀ, ਜਿਨ੍ਹਾਂ ਦਾ ਗੁਰਮਤਿ ਸੰਗੀਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਵਿਦਿਅਕ ਪੱਧਰ ਦੇ ਉੱਤੇ ਉਹਨਾਂ ਨੇ ਗੁਰਮਤਿ ਸੰਗੀਤ ਨੂੰ ਇੰਟਰੋਡਿਊਸ ਕੀਤਾ ਅਤੇ ਅੱਜ ਉਸ ਦੇ ਬੜੇ ਹੀ ਸਾਰਥਿਕ ਸਿੱਟੇ ਸਾਡੇ ਸਾਹਮਣੇ ਨਿਕਲ ਕੇ ਆਏ ਨੇ। ਉਹ ਆਪਾਂ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗੁਰਮਤਿ ਸੰਗੀਤ ਬਾਰੇ। ਡਾਕਟਰ ਸਾਹਿਬ ਜੀ ਆਇਆਂ ਨੂੰ ਪਹਿਲਾਂ ਤਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਐਂਡ ਡਾਕਟਰ ਸਾਹਿਬ, ਗੁਰੂ ਗ੍ਰੰਥ ਸਾਹਿਬ ਸਾਰਾ ਸੰਗੀਤ ਆਧਾਰਿਤ ਹੈ ਜੀ, ਅਤੇ ਸੰਗੀਤ ਨੂੰ ਸ਼ਬਦ ਦਾ ਵਾਹਨ ਮੰਨਿਆ ਜਾਂਦਾ ਹੈ ਜੀ ਜੀ। 31 ਰਾਗ ਗੁਰੂ ਗ੍ਰੰਥ ਸਾਹਿਬ ਦੇ ਜੀ ਜੀ। ਅਤੇ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗਾ ਵੀ ਇਹ ਰਾਗਾਂ ਦਾ ਜਿੰਨੇ ਵੀ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਨ, ਇਹਨਾਂ ਦਾ ਗਾਇਨ ਸਮਾਂ ਜਿਹੜਾ ਇਹ ਬੜਾ ਮਹੱਤਵਪੂਰਨ ਹੁੰਦਾ ਹੈ ਜੀ ਜੀ। ਅਤੇ ਉਹਦੇ ਬਾਰੇ ਜਿਹੜਾ ਦਰਸ਼ਕਾਂ ਨੂੰ ਜ਼ਰੂਰ ਦੱਸੋ ਕੁਛ। ਅਸ਼ਕ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦੀ ਹਾਂ। ਤੁਸੀਂ ਜਦੋਂ ਦੇ ਅਸੀਂ ਗੁਰਮਤਿ ਸੰਗੀਤ ਨੂੰ ਅਕਾਦਮਿਕ ਪੱਧਰ ਉੱਤੇ ਯੂਨੀਵਰਸਿਟੀਜ਼ ਵਿੱਚ ਇੰਟਰੋਡਿਊਸ ਕਰਨ ਦੇ ਯਤਨ ਅਸੀਂ ਜਾਰੀ ਕੀਤੇ ਨੇ, ਉਦੋਂ ਤੋਂ ਲੈ ਕੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਔਰ ਤੁਸੀਂ ਹਮੇਸ਼ਾ ਹੀ ਆਪਣੇ ਨਿਊਜ਼ਪੇਪਰਸ ਰਾਹੀਂ, ਆਪਣੀ ਕਲਮ ਰਾਹੀਂ, ਔਰ ਹੁਣ ਤੁਸੀਂ ਮੀਡੀਆ ਦੇ ਇਸ ਪਲੇਟਫਾਰਮ 'ਤੇ ਵੀ ਗੁਰਮਤਿ ਸੰਗੀਤ ਨੂੰ ਉਸੇ ਤਰ੍ਹਾਂ ਹੀ ਸਾਨੂੰ ਸਹਿਯੋਗ ਦੇ ਰਹੇ ਹੋ ਔਰ ਇਸ ਦੇ ਪ੍ਰਚਾਰ ਪ੍ਰਸਾਰ ਲਈ ਆਪਣਾ ਯੋਗਦਾਨ ਪਾ ਰਹੇ ਹੋ। ਜਿੱਥੋਂ ਤੱਕ ਤੁਹਾਡਾ ਸਵਾਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਸੰਬੰਧੀ, ਜੀ ਸਾਰਿਆਂ ਨੂੰ ਹੀ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਦਾ ਇੱਕ ਐਸਾ ਗ੍ਰੰਥ ਹੈ ਜਿਹੜਾ ਸੰਗੀਤ ਬੱਧ ਕੀਤਾ ਹੋਇਆ ਜੀ, ਔਰ ਉਸ ਦਾ ਸੰਗੀਤਕ ਸੰਕਲਨ ਹੈ ਜੀ। ਔਰ ਉਸ ਦਾ ਪ੍ਰਯੋਜਨ ਇਹ ਹੈ ਕਿ ਉਸ ਦਾ ਸ਼ਬਦ ਦਾ ਕੀਰਤਨ ਹੋਣਾ, ਕਿਉਂਕਿ ਸਿੱਖੀਜ਼ਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਕੀਰਤਨ ਜਿਹੜਾ ਹੈ ਉਹ ਡਿਵੋਸ਼ਨ ਦਾ, ਭਗਤੀ ਦਾ ਇੱਕ ਮਾਰਗ ਹੈ, ਇੱਕ ਰਸਤਾ ਹੈ। ਔਰ ਇਹ ਰਸਤਾ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਵਿਖਾਇਆ। ਗੁਰੂ ਨਾਨਕ ਪਾਤਸ਼ਾਹ ਨੇ ਖੁਦ ਤੁਰਕੀ ਬਾਣੀ, ਜਦੋਂ ਤੁਰਕੀ ਬਾਣੀ ਦੇ ਨਾਲ ਤੁਰਕੀ ਬਾਣੀ ਸ਼ਬਦ ਅਤੇ ਸੰਗੀਤ ਦੇ ਰੂਪ ਦੇ ਵਿੱਚ ਹੀ ਉਹਨਾਂ ਨੂੰ ਪ੍ਰਾਪਤ ਹੋਈ ਔਰ ਉਹਨਾਂ ਨੇ ਸਾਰੀ ਇਲਾਹੀ ਬਾਣੀ, ਸਾਰੇ ਜਲੰਦੇ ਜਗਤ ਨੂੰ ਤਾਰਨ ਲਈ ਸਰਬ ਲੋਕਾਈ ਤੱਕ ਉਹਨਾਂ ਨੇ ਸੰਚਰਿਤ ਕੀਤੀ। ਨਾ ਕੇਵਲ ਆਪਣੀ ਬਾਣੀ, ਸਗੋਂ ਉਸ ਤੋਂ ਜਿਹੜੇ ਬਾਅਦ ਦੇ ਗੁਰੂ ਸਾਹਿਬਾਨ ਸੀ, ਉਹਨਾਂ ਨੇ ਵੀ ਉਸੇ ਤਰਜ਼ ਦੇ, ਉਸੇ ਪੈਟਰਨ ਦੇ ਉੱਤੇ ਇਹ ਬਾਣੀ ਜਿਹੜੀ ਹੈ ਉਚਾਰੀ। ਔਰ ਉਸੇ ਤਰ੍ਹਾਂ ਹੀ ਜਿਹੜੇ ਉਹਨਾਂ ਦੇ ਪੂਰਵਕਾਲੀਨ ਅਤੇ ਸਮਕਾਲੀਨ ਜਿੰਨੇ ਵੀ ਸੰਤ ਭਗਤ ਸੀ, ਜਿੰਨੇ ਵੀ ਸਪਿਰਿਚੁਅਲ ਮਾਸਟਰ ਸੀ, ਉਹਨਾਂ ਸਾਰਿਆਂ ਦੀ ਬਾਣੀ ਨੂੰ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਔਰ ਸਾਰਾ ਰਾਗਬੱਧ ਹੈ, ਸੰਗੀਤਬੱਧ ਹੈ ਜੀ। ਹੁਣ ਅੱਜ ਕੱਲ੍ਹ ਇੱਕ ਚੱਲ ਪਿਆ ਕਿ ਅਸੀਂ ਰਾਗ ਦੀ ਟਰਮ ਵੀ ਲੋੜ ਤੋਂ ਜ਼ਿਆਦਾ ਯੂਜ਼ ਕਰਨ ਲੱਗ ਪਏ ਹਾਂ, ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਗੀਤਬੱਧ ਹੈ। ਕੀਰਤਨ ਕਰਨ ਦੇ ਲਈ ਉਹਦੇ 'ਚ ਗੁਰੂ ਨਾਨਕ ਪਾਤਸ਼ਾਹ ਦੁਆਰਾ ਦਰਸਾਈ ਗਈ ਵਿਧੀ ਦੁਆਰਾ ਗੁਰੂ ਅਰਜਨ ਪਾਤਸ਼ਾਹ ਨੇ ਉਹਨੂੰ ਸੰਕਲਿਤ ਕਰ ਦਿੱਤਾ। ਕਰਨਾ ਕੀਰਤਨ ਹੈ ਔਰ ਕੀਰਤਨ ਕੇ ਰਾਗ ਵੀ, ਸ਼ਬਦ ਵੀ, ਔਰ ਉਸ ਦੇ ਨਾਲ ਹੋਰ ਵੀ ਜੋ ਸਾਨੂੰ ਸੰਗੀਤਕ ਤੌਰ ਦੇ ਉੱਤੇ ਸੰਕੇਤ, ਸਰਲੇਖਾਂ ਦੀ ਜਾਂ ਜਿਨ੍ਹਾਂ ਮਿਊਜ਼ਿਕ ਅਰੇਂਜਮੈਂਟ ਨੂੰ ਵਿਉਂਤਬੱਧ ਕਰਨ ਲਈ ਜੋ ਸਾਨੂੰ ਤੱਤ ਚਾਹੀਦੇ ਨੇ, ਉਹ ਸਾਰੇ ਉਹਦੇ 'ਚ ਵਰਣਨ ਕੀਤੇ ਹੋਏ ਨੇ ਤਾਂ ਕਿ ਉਸ ਦੇ ਆਧਾਰ ਉੱਤੇ ਅਸੀਂ ਕੀਰਤਨ ਕਰ ਸਕੀਏ ਜੀ। ਹੁਣ ਇੱਕ ਕੀਰਤਨ ਸਾਨੂੰ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਜੀ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ, ਸਾਡੇ ਗੁਰੂਆਂ ਦਾ ਸੰਗੀਤ ਹੈ, ਜਿਹਨੂੰ ਅਸੀਂ ਗੁਰਮਤਿ ਸੰਗੀਤ ਕਹਿੰਦੇ ਹਾਂ, ਗੁਰ ਸਿਧਾਂਤ ਦਾ ਅਨੁਸਾਰੀ ਸੰਗੀਤ। ਅਤੇ ਗੁਰੂ ਸਾਡੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਹੁਣ ਵਰਤਮਾਨ ਸਮੇਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗੀਤ ਵਿਉਂਤ ਅਨੁਸਾਰ ਕੀਰਤਨ ਕਰਨਾ ਕਿ ਕਿਸੇ ਹੋਰ ਵਿਉਂਤ ਅਨੁਸਾਰ ਕੀਰਤਨ ਕਰਨਾ ਹੈ, ਇਹ ਸਾਡੀ ਪ੍ਰਾਇਓਰਟੀ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਅਸੀਂ ਗੁਰੂ ਵਾਲੇ ਹਾਂ, ਜੇ ਗੁਰੂ ਦੀ ਮੱਤ ਵਾਲੇ ਹਾਂ, ਤਾਂ ਫਿਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਉਂਤ ਜਾਂ ਜੋ ਮਿਊਜ਼ਿਕ ਦਾ ਅਰੇਂਜਮੈਂਟ ਹੈ ਜਾਂ ਜੋ ਸਾਨੂੰ ਗੁਰੂ ਸਾਹਿਬਾਨ ਨੇ ਮਰਿਆਦਾ ਦੱਸੀ ਹੈ, ਅਸੀਂ ਉਸ ਅਨੁਸਾਰ ਕੀਰਤਨ ਕਰੀਏ ਜਾਂ ਅਸੀਂ ਕੀਰਤਨ ਕਿਸੇ ਤਰ੍ਹਾਂ ਵੀ ਕੀਰਤਨ ਕਰ ਲਈਏ। ਹੁਣ ਜਿਹੜਾ ਇਹ ਐਟੀਟਿਊਡ ਹੈ ਕਿ ਅਸੀਂ ਕੀਰਤਨ ਕਿਸੇ ਤਰ੍ਹਾਂ ਵੀ ਕਰ ਲਈਏ, ਤੁਹਾਡਾ ਇਸ਼ਾਰਾ ਪਾਪੂਲਰ ਮਿਊਜ਼ਿਕ ਤੋਂ ਹੈ। ਹਾਂਜੀ, ਮੇਰਾ ਹੈ ਕਿ ਕਿਸੇ ਤਰ੍ਹਾਂ ਵੀ ਕੀਰਤਨ ਕਰ ਲਈਏ, ਵੀ ਕੀਰਤਨ ਤਾਂ ਪ੍ਰਵਾਨ ਹੀ ਹੈ ਜੀ, ਉੱਥੇ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਬਿਲਕੁਲ ਕੋਈ ਫਰਕ ਨਹੀਂ ਪੈਂਦਾ। ਵੱਡੇ ਘਰ 'ਚ ਕਾਹਦਾ ਫਰਕ ਪੈਂਦਾ ਹੁੰਦਾ? ਗੱਲ ਤਾਂ ਇਹ ਹੈ ਕਿ ਵੀ ਅਸੀਂ ਗੁਰੂ ਵਾਲੇ ਹਾਂ, ਅਸੀਂ ਗੁਰੂ ਦੀ ਮੱਤ ਵਾਲੇ ਹਾਂ ਕਿ ਅਸੀਂ ਮਨਮੱਤ ਵਾਲੇ ਹਾਂ, ਕਿ ਅਸੀਂ ਗੁਰੂ ਦੁਆਰਾ ਦਰਸਾਏ ਗਏ ਮਾਰਗ 'ਤੇ ਚੱਲਣਾ ਕਿ ਕਿਸੇ ਹੋਰ ਦੁਆਰਾ
ਦਰਸਾਏ ਗਏ ਮਾਰਗ ਤੇ ਚੱਲਣਾ। ਇਹ ਸਾਨੂੰ ਸਮਝ ਵੀ ਚਾਹੀਦੀ ਹੈ ਔਰ ਸਾਨੂੰ ਉਸ ਦੇ ਉੱਤੇ ਪਹਿਰਾ ਵੀ ਦੇਣਾ ਚਾਹੀਦਾ ਅਗਰ ਅਸੀਂ ਗੁਰਮਤ ਸੰਗੀਤ ਦੇ ਕੀਰਤਨਕਾਰ ਆ। ਹੁਣ ਕੀਰਤਨਕਾਰ ਅਸੀਂ ਕਿਸ ਦੇ ਆ? ਗੁਰੂ ਦੇ, ਸ਼ਬਦ ਗੁਰੂ ਦੇ ਕੀਰਤਨਕਾਰ ਆ। ਸ਼ਬਦ ਗੁਰੂ ਦੇ ਕੀਰਤਨਕਾਰ ਆ। ਕੀਰਤਨ ਦੀਆਂ ਤਾਂ ਬਹੁਤ ਸਾਰੀਆਂ ਪਰੰਪਰਾਵਾਂ ਨੇ। ਕੀਰਤਨ ਤੇ ਆਪਣੇ ਹਿੰਦੁਸਤਾਨ ਦੇ ਵਿੱਚ ਪਿੱਛੇ ਜੇ ਇੱਕ ਫੈਸਟੀਵਲ ਹੋਇਆ ਸੀ ਤੇ ਉਸ ਵਿੱਚ ਤਾਂ 80 ਕਿਸਮ ਦਾ ਜਿਹੜਾ ਕੀਰਤਨ ਸੀ ਉਹ ਆਇਆ ਸਾਰੇ ਹਿੰਦੁਸਤਾਨ ਦੇ ਵਿੱਚ। ਥੋੜੀ ਜਿਹੀ ਵਿਆਖਿਆ ਕਰੋ ਇਹਦੀ ਵੀ। ਹਿੰਦੁਸਤਾਨ ਦੇ ਵਿੱਚ ਭਗਤੀ ਦਾ ਇੱਕ ਮਾਰਗ ਹੈ ਸੰਗੀਤ, ਔਰ ਸੰਗੀਤ ਦੇ ਲਈ ਉਹ ਸਾਰੇ ਨੇ ਆਪਣਾ ਕੀਰਤਨ ਕਰਦੇ ਨੇ, ਜਾਂ ਉਹ ਜਿਹੜੀ ਪੂਜਾ ਹੈ, ਪੂਜਾ ਤੇ ਉਪਾਸਨਾ ਜਿਹੜੀ ਹੈ ਸੰਗੀਤ ਰਾਹੀਂ ਕਰਦੇ ਨੇ। ਸਾਰੇ ਜਿੰਨੇ ਵੀ ਸੰਪਰਦਾਵਾਂ ਨੇ ਆਪੋ ਆਪਣੀਆਂ ਵਿਧੀਆਂ ਨੇ। ਹੁਣ ਅਸੀਂ ਕਿਸ ਵਿਧੀ? ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਵੀ ਕੀਰਤਨ ਦੀਆਂ ਬਹੁਤ ਸਾਰੀਆਂ ਵਿਧੀਆਂ ਸੀ ਜੀ। ਇੱਥੇ ਵੀ ਤੁਸੀਂ ਨਾਮ ਕੀਰਤਨ, ਯਾਤਰਾ ਕੀਰਤਨ, ਅਸ਼ਟਯਾਮ ਕੀਰਤਨ ਆ ਤੁਸੀਂ ਸੁਣਦੇ ਹੋ, ਹਰੇ ਰਾਮਾ, ਔਰ ਤੁਸੀਂ ਕਿੰਨਾ ਪਾਪੂਲਰ, ਕਿੰਨੇ ਅੱਛਾ ਕੀਰਤਨ ਜਿਹੜਾ ਹੈ ਦੂਸਰੀਆਂ ਸੰਪਰਦਾਵਾਂ ਧਰਮਾਂ ਦੇ ਵਿੱਚ ਹੋ ਰਿਹਾ ਹੈ। ਔਰ ਫਿਰ ਇਸੇ ਤਰ੍ਹਾਂ ਹੀ ਸਾਡੇ ਸੂਫੀ ਸੰਗੀਤ ਵਿੱਚ ਵੀ, ਸੂਫੀ ਸੰਗੀਤ ਵੀ ਤਾਂ ਧਾਰਮਿਕ ਸੰਗੀਤ ਹੀ ਹੈ ਨਾ। ਤਾਂ ਕਈ ਕਿਸਮ ਦਾ ਜਿਹੜਾ ਹੈ ਭਗਤੀ ਦੇ ਮਾਰਗ ਉੱਤੇ ਕਈ ਕਿਸਮ ਦੇ ਸੰਗੀਤ ਰਾਹੀਂ ਉਸ ਪ੍ਰਭੂ ਦੀ ਜਿਹੜੀ ਸਿਫਤ ਆ ਉਹ ਕੀਤੀ ਜਾ ਰਹੀ ਹੈ। ਸਾਡਾ ਮਤ ਕੀ ਹੈ? ਸਾਡਾ ਮਤ ਗੁਰੂ ਦਾ ਮਤ ਹੈ। ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਵੇਲੇ ਸਾਡੇ ਗੁਰੂ ਨੇ, ਔਰ ਉਸ ਦੇ ਵਿੱਚ ਜੋ ਮਤ ਸੰਗੀਤ ਦਾ ਦਿੱਤਾ ਗਿਆ ਹੈ ਉਹ ਸਾਨੂੰ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਨੇ ਸਥਾਪਿਤ ਵੀ ਕੀਤਾ, ਦ੍ਰਿੜਾਇਆ ਵੀ, ਸੰਕਲਪ ਵੀ ਕਰ ਦਿੱਤਾ ਔਰ ਲਿਖ ਵੀ ਦਿੱਤਾ। ਸਾਨੂੰ ਸ਼ਬਦ ਵੀ ਦੇ ਦਿੱਤਾ, ਸਾਨੂੰ ਸੰਗੀਤ ਦਾ ਇੱਕ ਅਰੇਂਜਮੈਂਟ ਵੀ ਦੇ ਦਿੱਤਾ ਕਿ ਇਸ ਤਰ੍ਹਾਂ ਭਾਈ ਤੁਸੀਂ ਸਿੱਖੋ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤਾਂ ਬਾਣੀ ਕਿਵੇਂ ਗਾਣੀ ਹੈ ਉਹ ਸਾਰੀ ਵਿਧੀ ਸਾਰਾ ਦੇ ਦਿੱਤਾ। ਮੈਂ ਉਸ ਨੂੰ ਜ਼ਿਆਦਾ ਐਕਸਪਲੇਨ ਨਹੀਂ ਕਰਨਾ ਚਾਹਾਂ। ਹੁਣ ਅਸੀਂ ਕੀਰਤਨ ਜਿਹੜਾ ਹੈ ਉਹ ਕਿਸੇ ਹੋਰ ਹਿੰਦੂ ਮਤ ਜਾਂ ਕਿਸੇ ਸੂਫੀ ਮਤ, ਮੇਰਾ ਇਸ਼ਾਰਾ ਹੈ ਕਿ ਭਜਨ ਸਟਾਈਲ ਤੋਂ ਕਰਨਾ ਹੈ ਕਿ ਅਸੀਂ ਉਸ ਨੂੰ ਕਵਾਲੀ ਸਟਾਈਲ ਤੋਂ ਕਰਨਾ ਹੈ ਕਿ ਕੀਰਤਨ ਅਸੀਂ ਉਸ ਨੂੰ ਜੋ ਗੀਤ ਨੂਮਾ ਕਰਨਾ ਹੈ, ਗਜ਼ਲ ਨੂਮਾ ਕਰਨਾ ਹੈ। ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੀ ਮੇਰਾ ਜੋ ਮੈਂ ਕਰ ਰਿਹਾ ਇਹ ਕੀਰਤਨ ਦੀ ਜਿਹੜੀ ਹੈ ਇਸ ਵਿੱਚੋਂ ਕਿਸ ਦੀ ਖੁਸ਼ਬੂ ਆ ਰਹੀ ਹੈ। ਕੀ ਮੇਰੇ ਕੀਰਤਨ ਦੇ ਵਿੱਚੋਂ ਗੁਰੂ ਦੇ ਸ਼ਬਦ ਦੀ ਖੁਸ਼ਬੂ ਆ ਰਹੀ ਹੈ? ਅੱਛਾ, ਫਿਰ ਅਗਰ ਕੇਵਲ ਗੁਰੂ ਸ਼ਬਦ ਨੂੰ ਅਸੀਂ ਦ੍ਰਿੜਾਇਆ ਔਰ ਜੋ ਵਿਉਂਤ ਵਿਧੀ ਵਿਧਾਨ ਗੁਰੂ ਸਾਹਿਬ ਨੇ ਦੱਸਿਆ ਉਸ ਦਾ ਪਾਲਣ ਨਾ ਕੀਤਾ, ਫਿਰ ਵੀ ਅਸੀਂ ਗੁਰੂ ਦੀ ਮੱਤ ਅਨੁਸਾਰ ਕੀਰਤਨ ਨਹੀਂ ਕਰ ਰਹੇ। ਮੈਂ ਪੁੱਛਣਾ ਚਾਹੁੰਦਾ ਹੈ ਵੀ ਉਹ ਕਿਹੜਾ ਸਮਾਂ ਸੀ ਜਦੋਂ ਗੁਰੂ ਦੀ ਮੱਤ ਮੁਤਾਬਕ ਅਸੀਂ ਕੀਰਤਨ ਦੀ ਬਜਾਏ ਅਸੀਂ ਪਾਪੂਲਰ ਸੰਗੀਤ ਵੱਲ ਮੁੜ ਗਏ ਸੀ? ਇਸ ਤਰ੍ਹਾਂ ਹੈ ਕਿ ਗੁਰੂ ਪਾਤਸ਼ਾਹ ਦੇ ਕਾਲ ਤੱਕ ਗੁਰੂ ਪਾਤਸ਼ਾਹ ਦੀ ਅਗਵਾਈ ਵਿੱਚ, ਉਹਨਾਂ ਦੀ ਸਰਪ੍ਰਸਤੀ ਵਿੱਚ ਕੀਰਤਨ ਹੁੰਦਾ ਸੀ, ਠੀਕ ਹੈ। ਉਸ ਤੋਂ ਬਾਅਦ ਕੀਰਤਨ ਤਾਂ ਉਹ ਚੱਲਿਆ ਆ ਰਿਹਾ ਕੀਰਤਨ, ਉਹ ਕੀਰਤਨ ਸਮਾਪਤ ਨਹੀਂ ਹੋਇਆ। ਜਿਹੜਾ ਉਹ ਕੀਰਤਨ ਕਿਹੜਾ, ਮੈਂ ਉੱਥੇ ਹੀ ਆ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਰਾਗਾਂ ਦੀ ਗੱਲ ਕੀਤੀ ਹੈ, ਸਮੇਂ ਦੀ ਗੱਲ ਕੀਤੀ ਹੈ, ਮੈਂ ਉਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਦੀ ਗੱਲ ਵੀ ਵਿੱਚ ਨਾਲ ਜੋੜਨਾ ਚਾਹੁੰਦਾ, ਜੋ ਗੁਰੂ ਪਾਤਸ਼ਾਹ ਨੇ ਹਰ ਸ਼ਬਦ ਦੇ ਨਾਲ ਅੰਕਿਤ ਕਰ ਦਿੱਤਾ ਜੀ। ਹੁਣ ਸ਼ਬਦ ਦੇ ਨਾਲ ਉਹਨਾਂ ਨੇ ਹੈਡਿੰਗ ਦੇ ਦਿੱਤੇ ਨੇ, ਸਿਰਲੇਖ ਬਣਾਏ ਨੇ। ਸਿਰਲੇਖਾਂ ਦੇ ਵਿੱਚ ਉਹਨਾਂ ਨੇ ਲਿਖ ਦਿੱਤਾ ਕਿ ਇਹ ਰਾਗ ਹੈ ਬਈ, ਇਹ ਰਾਗ ਹੈ। ਹੁਣ ਰਾਗ ਦੀ ਇੰਡੀਕੇਸ਼ਨ, ਰਾਗ ਤਾਂ ਪਹਿਲਾਂ ਵੀ ਸੀ ਗੁਰੂ ਨਾਨਕ ਪਾਤਸ਼ਾਹ ਤੋਂ। ਰਾਗ ਕੀ ਨੇ? ਰਾਗ ਇੱਕ ਜਿਹੜੇ ਸਪਿਰਚੁਅਲ ਕਮਿਊਨੀਕੇਸ਼ਨ ਹੈ, ਰੂਹਾਨੀ ਸੰਚਾਰ ਹੈ, ਸ਼ਬਦ ਰਾਹੀਂ ਬਾਣੀ ਦਾ ਜਿਹੜਾ ਹੁੰਦਾ ਨਾ, ਉਸ ਦਾ ਇੱਕ ਮਾਰਗ ਹੈ, ਉਸ ਦਾ ਇੱਕ ਰੰਗ ਹੈ, ਮੈਲੋਡਿਕ ਸਪਿਰਚੁਅਲ ਰੂਹਾਨੀ ਰੰਗ ਹੈ, ਸੁਰਾਤਮਕ ਰੰਗ ਹੈ, ਠੀਕ ਹੈ ਨਾ। ਹੁਣ ਉਹ ਉਹਨਾਂ ਨੇ ਅਪਣਾਏ ਨੇ। ਸਿੰਪਲ ਭਾਸ਼ਾ 'ਚ ਮੈਂ ਇਸ ਕਰਕੇ ਦੱਸ ਰਿਹਾ ਕਿ ਇਸ ਲਈ ਤੁਹਾਨੂੰ ਰਾਗ ਸਿੱਖਣ ਦੀ ਜ਼ਰੂਰਤ ਨਹੀਂ ਕਿ ਸਮਝਣ ਦੇ ਲਈ। ਤੁਸੀਂ ਤਾਂ ਆਮ ਸਧਾਰਨ ਸਰੋਤਾ ਇਹ ਕਹਿੰਦਾ ਤੁਸੀਂ ਰਾਗ ਦੀ ਗੱਲ ਕਰੋ, ਰਾਗ ਤਾਂ ਸਾਨੂੰ ਸਮਝ ਨਹੀਂ ਆਉਂਦੇ, ਰਾਗ ਦੇ ਸੁਰਾਂ ਨੂੰ ਕੌਣ ਜਾਣੂਗਾ, ਰਾਗ ਨੂੰ ਕੌਣ, ਇਹ ਤਾਂ ਟੈਕਨੀਕਲ ਕੰਮ ਹੈ। ਤਾਂ ਅਸੀਂ ਉਸ ਜਿਹੜਾ ਟੈਕਨੀਕਲ ਪਾਰਟ ਹੈ ਉਸ ਨੂੰ ਤੁਸੀਂ ਛੱਡ ਦਿਓ। ਤੁਸੀਂ ਕੇਵਲ ਇਹ ਜਾਣੋ ਕਿ ਵੀ ਇਹ ਧਨਾਸਰੀ ਦੀ ਬਾਣੀ ਹੈ, ਇਹ ਸੋਰਠ ਦੀ ਬਾਣੀ ਹੈ, ਇਹ ਗੁਰੂ ਨਾਨਕ ਪਾਤਸ਼ਾਹ ਨੇ ਆਸਾ ਦੀ ਬਾਣੀ ਹੈ, ਤੇ ਇਹ ਸਾਰੇ ਇੱਕ ਵੱਖਰੇ ਰੰਗ ਨੇ ਹੈ। ਔਰ ਉਹਨਾਂ ਦੇ ਵਿੱਚ ਉਹਨਾਂ ਨੇ ਸ਼ਬਦਾਂ ਨੂੰ ਜਿਹੜਾ ਹੈ ਰੱਖਿਆ ਕਿ ਵੀ ਆਹ ਜਿਹੜੇ ਸਾਰੇ ਧਨਾਸਰੀ ਦੇ ਨੇ, ਸਿਰੀ ਦੇ ਨੇ, ਇਹ ਮਾਝ ਦੇ ਨੇ, 31 ਤੁਹਾਨੂੰ ਦੇ ਦਿੱਤੇ। 31 ਦੇ ਵਿੱਚ ਫਿਰ ਅੱਗੇ ਮਿਸ਼ਰਤ ਰਾਗ ਵੀ ਦੇ ਦਿੱਤੇ। ਉਹਨਾਂ ਸਾਰਿਆਂ ਦੇ ਸੁਰਾਤਮਕ ਰੰਗ, ਮਿਸ਼ਰਤ ਰਾਗ ਵੀ 31 ਮਿਸ਼ਰਤ ਰਾਗ ਨੇ। ਉਹ ਗਿਣਤੀ ਬਾਰੇ ਕੁਝ ਵਿਦਵਾਨਾਂ 'ਚ ਮਤ, ਮੁੱਖ ਰਾਗ ਤੇ 31 ਮਿਸ਼ਰਤ ਰਾਗ, ਤੇ
ਉਹ ਜਿਵੇਂ ਸੂਹੀ ਹੈ, ਸੂਹੀ ਦੇ ਅੱਗੇ ਸੂਹੀ ਕਾਫੀ, ਸੂਹੀ ਲਲਿਤ, ਆਸਾ ਹੈ, ਆਸਾ ਕਾਫੀ, ਠੀਕ ਹੈ, ਅਸਾਵਰੀ, ਇਹ ਸਾਰੇ ਇਸ ਤਰ੍ਹਾਂ ਦੇ ਰਾਗ ਜਿਹੜੇ ਨੇ ਉਹਨਾਂ ਨੇ ਅੰਕਿਤ ਕੀਤੇ ਨੇ ਮਿਸ਼ਰਤ ਰਾਗਾਂ ਦੇ ਤੌਰ ਤੇ, ਠੀਕ ਹੈ। ਤੋ ਇਹ ਜਿਹੜੇ ਸਾਰੇ ਰਾਗਾਂ ਦੇ ਸੁਰਾਤਮਕ ਰੰਗ ਨੇ, ਇਹ ਬਾਣੀ ਦੇ ਕੀਰਤਨ ਦੇ ਲਈ ਸਤਿਗੁਰਾਂ ਨੇ ਸਾਨੂੰ ਦਿੱਤੇ ਨੇ ਜੀ, ਠੀਕ ਹੈ। ਸਾਨੂੰ ਸਿਰਫ ਇਹ ਪਤਾ ਹੋਣਾ ਚਾਹੀਦਾ ਹੈ ਕਿ ਵੀ ਇਹ ਜਿਹੜਾ ਰਾਗ ਹੈ, ਇਹ ਰਾਗ ਜਿਵੇਂ ਤੁਸੀਂ ਸਮੇਂ ਦੀ ਗੱਲ ਕੀਤੀ ਹੈ, ਮੈਂ ਤੇ ਇਹ ਕਹਿਣਾ ਕਿ ਸਾਡੀਆਂ ਪੁਰਾਤਨ ਜਨਮ ਸਾਖੀਆਂ ਨੇ, ਉਹਨਾਂ ਤੋਂ ਸਾਨੂੰ ਹੋਰ ਬਹੁਤ ਸਾਰੇ ਐਸੇ ਵੇਰਵੇ ਮਿਲਦੇ ਨੇ, ਸਾਡੇ ਸਿੱਖ ਸਰੋਤਾਂ ਤੋਂ ਵੇਰਵੇ ਮਿਲਦੇ ਨੇ, ਕਿਸ ਸਮੇਂ ਕਿਹੜਾ ਰਾਗ ਕਦੋਂ ਕਿਵੇਂ ਉਸ ਦਾ ਤੁਸੀਂ ਗਾਇਨ ਕਰਨਾ। ਆਮ ਤੇ ਇਹੀ ਬਤਾਉਣਾ ਚਾਹੀਦਾ ਨਾ, ਜਿਸ ਨੇ ਗਾਇਨ ਕਰਨਾ ਹੈ ਉਸ ਦੀ ਜ਼ਿੰਮੇਵਾਰੀ ਹੈ ਕਿ ਉਸ ਨੇ ਉਸ ਨੂੰ ਕਿਵੇਂ ਗਾਣਾ। ਇਹ ਤਾਂ ਉਸ ਦੀ ਸਮੱਸਿਆ ਜਾਂ ਉਸ ਦੀ ਪ੍ਰਾਪਤੀ ਹੋਏਗੀ ਨਾ ਕਿ ਉਸ ਨੇ ਉਸ ਨੂੰ ਕਿਵੇਂ ਗਾਣਾ, ਜਿਸ ਤਰ੍ਹਾਂ ਦੀ ਉਹਨੇ ਸਿੱਖਿਆ ਲਈ ਹੋਵੇਗੀ, ਉਹ ਵਿਸ਼ਾ ਵੱਖਰਾ ਹੈ। ਪਰ ਸਧਾਰਨ ਸਰੋਤੇ ਲਈ ਤਾਂ ਇੰਨਾ ਹੈ ਕਿ ਬਈ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਕਿ ਅਸੀਂ ਮੰਨਿਆ ਕਿ ਆਸਾ ਦਾ ਸ਼ਬਦ ਆਸਾ 'ਚ ਗਾਇਆ। ਹੁਣ ਉਸ ਨਾਲ ਕੀ ਫਰਕ ਪਏਗਾ? ਇੱਕ ਤੇ ਗੁਰਮਤਿ ਹੋ ਗਈ ਕਿ ਜੋ ਗੁਰੂ ਸਾਡੇ ਨੇ ਕਿਹਾ ਕਿ ਇਸ ਨੂੰ ਭਾਈ ਇਸ ਸ਼ਬਦ ਨੂੰ ਤੁਸੀਂ ਆਸਾ 'ਚ ਗਾਓ। ਗਾਣ ਨੂੰ ਤਾਂ ਉਹਨੂੰ ਕਿਸੇ ਤਰ੍ਹਾਂ ਵੀ ਤੁਸੀਂ ਗੀਤਨੁਮਾ ਕਿਸੇ ਤਰ੍ਹਾਂ ਕੰਪੋਜ਼ ਕਰਕੇ ਕਿਸੇ ਧੁਨ ਦੇ ਉੱਤੇ ਗਾ ਦਿਓ, ਉਹ ਧੁਨ ਵੀ ਕਿਸੇ ਨਾ ਕਿਸੇ ਰਾਗ ਵਿੱਚ ਹੋਏਗੀ। ਕਈ ਵਾਰੀ ਰਾਗੀ ਕਹਿੰਦੇ ਨੇ ਜੀ ਕਿ ਇਹ ਤਾਂ ਅਸੀਂ ਤਾਂ ਰਾਗ ਹੀ ਗਾਉਂਦੇ ਹਾਂ, ਸਾਡਾ ਵੀ ਤਾਂ ਕੋਈ ਰਾਗ ਹੈ ਹੀ ਹੈ। ਉਹ ਠੀਕ ਹੈ, ਤੁਹਾਡਾ ਵੀ ਰਾਗ ਹੈ। ਹੁਣ ਫਿਲਮਾਂ ਦੇ ਸੰਗੀਤ ਦਾ ਵੀ ਰਾਗ ਹੈ, ਕਵਾਲੀਆਂ ਦਾ ਵੀ ਰਾਗ ਹੈ। ਹੁਣ ਅਸੀਂ ਰਾਗ ਕਿਹੜਾ ਮੰਨਣਾ? ਅਸੀਂ ਗੁਰੂ ਦਾ ਰਾਗ ਹੀ ਮੰਨਾਂਗੇ ਨਾ, ਜੇ ਅਸੀਂ ਗੁਰੂ ਦੇ ਹਾਂ ਤਾਂ। ਹੁਣ ਜੇ ਅਸੀਂ ਹੁਣ ਫਿਲਮ ਦੇ ਸੰਗੀਤ ਦੇ ਰਾਗਾਂ ਨੂੰ ਲਵਾਂਗੇ, ਕਵਾਲੀ ਦੇ ਰਾਗਾਂ ਨੂੰ ਲਵਾਂਗੇ ਜਾਂ ਹੋਰਾਂ ਦੇ ਰਾਗਾਂ ਨੂੰ ਲਵਾਂਗੇ ਤਾਂ ਸਾਡੇ ਰਾਗ ਕੌਣ ਗਾਊਗਾ? ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ ਅਸੀਂ ਹੋਈਏ, ਗੁਰੂ ਦੇ ਕੀਰਤਨੀ ਅਸੀਂ ਹੋਈਏ ਅਤੇ ਗਾਈਏ ਅਸੀਂ ਦੂਸਰਿਆਂ ਦੇ ਰਾਗ, ਫਿਰ ਤੇ ਕੋਈ ਗੁਰੂ ਵਾਲੀ ਗੱਲ ਨਾ ਹੋਈ। ਡਾਕਟਰ ਸਾਹਿਬ, ਇੱਕ ਮੈਂ ਇੱਥੇ ਪੁੱਛਣਾ ਚਾਹੁੰਦਾ, ਇਹ ਤਾਂ ਹੋਈ ਸੰਗੀਤ ਦੀ, ਕਿਉਂਕਿ ਜਿਹੜਾ ਗਾਇਨ ਕਰਦਾ ਉਹਦੀ ਜ਼ਿੰਮੇਵਾਰੀ ਹੋ ਗਈ ਵੱਡੀ, ਕਿਹੜੇ ਰਾਗ 'ਚ ਕਦੋਂ ਗਾ ਰਿਹਾ ਉਹ ਜਾਂ ਕਿਵੇਂ ਗਾ ਰਿਹਾ ਹੈ। ਮੈਂ ਤੁਹਾਡੇ ਕੋਲ ਇੱਕ ਇਹ ਜਾਣਨ ਦਾ ਇੱਛੁਕ ਹੈਗਾ ਇੱਥੇ ਇਸ ਟਾਈਮ ਦੇ ਉੱਤੇ ਕਿ ਜਿੰਨੇ ਵੀ ਰਾਗ ਨੇ ਇਹ ਤੁਸੀਂ ਤੰਤੀ ਸਾਜ਼ਾਂ 'ਤੇ ਕਹਿਣ ਦੀ ਗੱਲ ਛੇੜੀ ਸੀਗੀ। ਕਦੇ ਦਰਬਾਰ ਸਾਹਿਬ ਤੰਤੀ ਸਾਜ਼ਾਂ ਦੇ ਉੱਤੇ ਗਾਇਨ ਹੁੰਦਾ ਸੀਗਾ, ਫਿਰ ਕੁਝ ਸਮਾਂ ਆਇਆ ਜਦ ਹਾਰਮੋਨੀਅਮ ਦੀ ਐਂਟਰੀ ਹੋ ਗਈ, ਉਹ ਬਦਲਾਅ ਆਇਆ ਉਹਦੇ ਵਿੱਚ। ਫਿਰ ਤੁਹਾਡੇ ਜਦੋਂ ਯੂਨੀਵਰਸਿਟੀ ਦੇ ਤੁਹਾਡੀਆਂ ਸਾਰਿਆਂ ਦੀ ਐਫਰਟਸ ਦੇ ਨਾਲ ਫਿਰ ਸ਼ੁਰੂ ਹੋਇਆ ਉਹ। ਇਹ ਜਿਹੜਾ ਤੁਸੀਂ ਹਾਰਮੋਨੀਅਮ ਦੀ ਐਂਟਰੀ ਹੁੰਦੀ ਹੈ, ਕਿ ਇਹ ਰਾਗ ਵਿਧੀ ਨੂੰ ਜਿਹੜਾ ਇਹਨੂੰ ਨੁਕਸਾਨ ਵੀ ਪਹੁੰਚਾਇਆ ਇਸ ਨੇ ਕਦੇ? ਅਸ਼ਕ ਸਾਹਿਬ, ਗੱਲ ਇਹ ਹੈ ਕਿ ਅਸੀਂ ਜਦੋਂ ਵੀ ਕੋਈ ਗੱਲ ਹੋ ਜਾਂਦੀ ਹੈ ਨਾ ਤੇ ਅਸੀਂ ਫੈਸ਼ਨ ਦੇ ਤੌਰ ਤੇ ਉਸ ਦੇ ਪਿੱਛੇ ਲਕੀਰ ਦੇ ਫਕੀਰ ਬਣ ਕੇ ਲੱਗ ਜਾਂਦੇ ਹਾਂ ਜੀ। ਨਾ ਤਾਂ ਤੰਤੀ ਸਾਜ਼ ਨੇ ਸ਼ਬਦ ਦਾ ਕੀਰਤਨ ਕਰਨਾ ਰਾਗਾਤਮਕ, ਉਹ ਵੀ ਵਿਅਕਤੀ ਨੇ ਕਰਨਾ ਜੀ, ਜਿਸ ਨੇ ਸਿੱਖਿਆ ਜਾਂ ਸਿਖਾਇਆ ਹੋਇਆ। ਤੰਤੀ ਸਾਜ਼ ਬੜੇ ਪ੍ਰਯੁਕਤ ਨੇ, ਬੜੇ ਢੁਕਵੇਂ ਨੇ ਰਾਗਾਤਮਕ ਗਾਇਨ ਦੇ ਲਈ। ਭਾਰਤੀ ਸ਼ਾਸਤਰੀ ਸੰਗੀਤ ਜਿਹੜੇ ਸਿੱਖਦੇ ਨੇ ਸ਼ਾਸਤਰੀ ਗਾਇਨ, ਉਹਨਾਂ ਦੀ ਉਹ ਤੰਤੀ ਸਾਜ਼, ਸਾਡਾ ਇੰਡੀਅਨ ਮਿਊਜ਼ੀਕਲ ਡਰੋਨ ਹੈ, ਤੰਬੂਰਾ, ਤਾਨਪੁਰਾ, ਉਸ ਦੇ ਉੱਤੇ ਹੀ ਰਾਗ ਸਿੱਖੇ ਜਾਂਦੇ ਨੇ ਜੀ। ਹਾਰਮੋਨੀਅਮ ਇੱਕ ਸਹਾਇਕ ਸਾਜ਼ ਹੈ, ਹਾਰਮੋਨੀਅਮ ਸਹਾਇਕ ਸਾਜ਼ ਹੈ, ਸਹਾਇਕ ਸਾਜ਼ ਹੈ। ਇਹ ਸਾਥ ਦੇਣ ਲਈ ਕਿ ਜਿਹੜਾ ਤੁਸੀਂ ਗਾਇਨ ਕਰ ਰਹੇ ਹੋ ਉਸ ਦੇ ਵਿੱਚ ਸਾਥ ਦੇਣ ਲਈ ਵਰਤਿਆ ਜਾਂਦਾ। ਪਰ ਰਾਗ ਆਤਮਕ ਸਿੱਖਿਆ ਦੇ ਲਈ ਜਿਹੜੇ ਤੰਤੀ ਸਾਜ਼ ਨੇ ਉਹਨਾਂ ਦੇ ਵਿੱਚੋਂ ਜਿਹੜਾ ਤਾਨਪੁਰਾ ਹੈ ਉਸ ਦੇ ਤੁਸੀਂ ਰਾਗ ਸਿੱਖਦੇ ਹੋ, ਠੀਕ ਹੈ, ਉਹ ਤੰਤੀ ਸਾਜ਼ ਹੋ ਗਿਆ। ਫਿਰ ਜਿਹੜੇ ਬਾਕੀ ਦੇ ਤੰਤੀ ਸਾਜ਼ ਨੇ ਉਹ ਰਬਾਬ ਹੈ, ਜਿਵੇਂ ਸਾਡੇ ਕੋਲ ਤਾਊਸ ਹੈ, ਦਿਲਰਬਾ ਹੈ, ਇਹ ਸਾਰੇ ਸਹਿਯੋਗੀ ਸਾਜ਼ ਨੇ ਤੁਹਾਡੇ ਸ਼ਬਦ ਕੀਰਤਨ ਦੇ ਨਾਲ। ਤੰਤੀ ਸਾਜ਼ ਬੜੇ ਪ੍ਰਯੁਕਤ ਨੇ ਕਿਉਂਕਿ ਹਾਰਮੋਨੀਅਮ 'ਚ ਫਿਕਸ ਨੋਟ ਹੁੰਦੇ ਨੇ, ਸੁਰਾਂ ਦੀਆਂ ਵੇਰੀਏਸ਼ਨਸ ਨਹੀਂ ਹੁੰਦੀਆਂ, ਇੱਕ ਸੁਰ ਦੀਆਂ ਇੱਕ ਤੋਂ ਵਧੇਕ ਵੇਰੀਏਸ਼ਨਸ ਨਹੀਂ ਹੁੰਦੀਆਂ, ਠੀਕ ਹੈ, ਸ਼ੁੱਧ ਤੇ ਕੋਮਲ ਨੂੰ ਛੱਡ ਕੇ। ਪਰ ਤੰਤੀ ਸਾਜ਼ਾਂ ਵਿੱਚ ਅਸੀਂ ਉਹ ਵੇਰੀਏਸ਼ਨ ਦਿਖਾ ਸਕਦੇ ਹਾਂ ਔਰ ਤੰਤੀ ਸਾਜ਼ ਜ਼ਿਆਦਾ ਪ੍ਰਯੁਕਤ ਨੇ। ਔਰ ਗੁਰੂ ਪਾਤਸ਼ਾਹ ਨੇ ਵੀ ਸਾਨੂੰ ਤੰਤੀ ਸਾਜ਼ ਪ੍ਰਦਾਨ ਕੀਤੇ। ਉਸ ਵੇਲੇ ਹਾਰਮੋਨੀਅਮ ਹੁੰਦਾ ਨਹੀਂ ਸੀ। ਉਸ ਤੋਂ ਬਾਅਦ ਮੰਨ ਲਓ ਕਿ ਹਾਰਮੋਨੀਅਮ ਦਾ ਪ੍ਰਵੇਸ਼ ਹੋ ਗਿਆ। ਹੁਣ ਹਾਰਮੋਨੀਅਮ ਦਾ ਪ੍ਰਵੇਸ਼, ਹਾਰਮੋਨੀਅਮ ਦਾ ਅਸੀਂ ਇਸਤੇਮਾਲ ਕਿਵੇਂ ਕਰਨਾ ਹੈ, ਇਹ ਸਾਡੇ ਲਈ ਯਾਨੀ ਕਿ ਪ੍ਰਥਮ ਰੱਖਣਾ ਹੈ ਕਿ ਦੋਵੇਂ ਰੱਖਣਾ ਹੈ, ਠੀਕ ਹੈ ਨਾ। ਹੁਣ ਉਸ 'ਤੇ ਡਿਪੈਂਡ, ਉਸ ਨੂੰ ਜਿਨ੍ਹਾਂ ਨੇ, ਜੇ ਤਾਂ ਤੁਸੀਂ ਰਾਗ ਸਿੱਖਣਾ, ਕਿਉਂਕਿ ਅਸੀਂ ਹੋਰ ਪਾਸੇ ਜਾ ਰਹੇ ਹਾਂ ਕਿ ਸਾਨੂੰ ਗੁਰੂ ਪਾਤਸ਼ਾਹ ਨੇ ਰਾਗ ਦਿੱਤਾ, ਸ਼ਬਦ ਦਿੱਤਾ, ਸ਼ਬਦ ਦਾ ਸੰਗੀਤ ਦਿੱਤਾ, ਉਹ ਉਸ ਦਾ ਅਸੀਂ ਗਾਇਨ ਕਰਨਾ। ਹੁਣ ਗੁਰੂ ਨਾਨਕ ਪਾਤਸ਼ਾਹ ਵੇਲੇ ਤਾਂ
ਕਲੀ ਰਬਾਬ ਸੀ, ਉਸ ਤੋਂ ਬਾਅਦ ਸਰੰਦਾ ਆ ਗਿਆ, ਉਸ ਤੋਂ ਬਾਅਦ ਤਾਊਸ ਆ ਗਿਆ, ਉਸ ਤੋਂ ਬਾਅਦ ਦਿਲਰੂਬਾ ਤੇ ਸਾਰੇ ਸਾਜ਼ ਆ ਰਹੇ ਨੇ, ਠੀਕ ਹੈ ਨਾ। ਉਹਨਾਂ ਦਾ ਕੰਮ ਸਾਜ਼ ਸਿੱਖਣਾ ਹੋਰ ਹੈ, ਸਾਜ਼ ਦੀ ਕਲਾ ਸਿੱਖਣ ਦੀ ਵੱਖਰੀ ਹੈ, ਸ਼ਬਦ ਦਾ ਕੀਰਤਨ ਵੱਖਰਾ ਹੈ। ਪ੍ਰਯੋਜਨ ਸਾਡਾ ਸ਼ਬਦ ਦਾ ਕੀਰਤਨ ਕਰਨਾ ਹੈ, ਗੁਰੂ ਦੀ ਦਰਸਾਈ ਵਿਧੀ ਦੁਆਰਾ ਰਾਗ ਔਰ ਗੁਰੂ ਦੇ ਸੰਗੀਤ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਨਹੀਂ ਰਹਿਣਾ, ਨਾ ਤੁਸੀਂ ਰਹਿਣਾ, ਨਾ ਮੈਂ ਰਹਿਣਾ, ਨਾ ਕਿਸੇ ਕੀਰਤਨੀਏ ਨੇ ਕੀਰਤਨੀਆਂ ਦੀ ਸ਼ੈਲੀ ਰਹਿਣੀ ਹੈ, ਪਰ ਉਸ ਨੂੰ ਅਸੀਂ ਅੱਗੇ ਕੰਟੀਨਿਊ ਰੱਖਣਾ। ਔਰ ਗੁਰੂ ਗ੍ਰੰਥ ਸਾਹਿਬ ਦੀ ਸ਼ੈਲੀ ਨੂੰ ਅਗਰ ਅਸੀਂ ਅਪਣਾ ਲਵਾਂਗੇ ਤਾਂ ਉਹ ਚਿਰੰਜੀਵੀ ਹੋਏਗੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਸ਼ੈਲੀ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਗੁਰਦੁਆਰਿਆਂ ਦੇ ਵਿੱਚ ਇਸ ਦਾ ਪ੍ਰੋਪਰ ਪਾਲਨ ਹੋ ਰਿਹਾ ਇਸ ਟਾਈਮ? ਨਹੀਂ, ਉਹ ਪ੍ਰੋਪਰ ਪਾਲਣ ਦੀ ਹੀ ਤਾਂ ਸਮੱਸਿਆ ਹੈ ਕਿ ਸਾਡੇ ਕੋਲ ਇਹ ਨਹੀਂ ਕਿ ਇਸ ਵੇਲੇ ਕੀਰਤਨ ਗੁਰੂ ਕਾਲ ਤੋਂ ਜਿਹੜਾ ਕੀਰਤਨ ਹੁੰਦਾ ਆ ਰਿਹਾ ਸੀ, ਜਿਹੜਾ ਕੀਰਤਨੀਆਂ ਦੇ ਘਰਾਣਿਆਂ ਦੇ ਵਿੱਚ, ਉਹ ਕੀਰਤਨ ਅਜੇ ਵੀ ਮੌਜੂਦ ਹੈ। ਉਸ ਲਈ ਐਫਰਟ ਬਹੁਤ ਵਧੀਆ ਹੋ ਰਹੇ ਨੇ। ਮੈਂ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਔਰ ਵਰਤਮਾਨ ਸਥਿਤੀ ਤੋਂ ਮੈਂ ਬਹੁਤ ਖੁਸ਼ ਹਾਂ, ਕਿਉਂਕਿ ਗੁਣਾਤਮਕ ਤੌਰ ਦੇ ਉੱਤੇ ਸਾਡੇ ਕੋਲ ਅਸੀਂ ਉਸ ਦੇ ਪ੍ਰਚਾਰ ਪ੍ਰਸਾਰ ਕਰਨ ਦੇ ਵਿੱਚ ਸਫਲ ਹੋ ਰਹੇ ਹਾਂ। ਪਰ ਉਹਦੇ ਨਾਲ ਨਾਲ ਬਹੁਤ ਸਾਰਾ ਕੀਰਤਨ ਜਿਹੜਾ ਹੈ ਉਹ ਕਮਰਸ਼ੀਅਲ ਔਰ ਪਾਪੂਲਰ ਸਟਾਈਲ ਦੇ ਵਿੱਚ ਦੂਸਰੀਆਂ ਕੀਰਤਨ ਪਰੰਪਰਾਵਾਂ ਦੇ ਪ੍ਰਭਾਵ ਅਧੀਨ, ਜਿਹੜੀਆਂ ਕਿ ਗੁਰਮਤਿ ਅਨੁਸਾਰੀ ਨਹੀਂ, ਔਰ ਦੂਸਰੇ ਸੰਗੀਤ ਦੇ ਪ੍ਰਭਾਵ ਅਧੀਨ ਜੋ ਗੁਰਮਤਿ ਸੰਗੀਤ ਦੇ ਅਨੁਸਾਰੀ ਨਹੀਂ, ਜਾਂ ਫਿਲਮੀ ਹੋਵੇ ਜਾਂ ਕਵਾਲੀ ਹੋਵੇ, ਗਜ਼ਲ ਹੋਵੇ ਜਾਂ ਕੁਛ ਹੋਵੇ, ਉਸ ਦੇ ਪ੍ਰਭਾਵ, ਕਿਉਂਕਿ ਉਸ ਪ੍ਰਭਾਵ ਨੂੰ ਹੁਣ ਮਨ ਹੈ ਨਾ, ਕੀਰਤਨੀਆਂ ਦਾ ਮਨ ਹੈ, ਉਹ ਪ੍ਰਭਾਵ ਨੂੰ ਸੰਗੀਤ ਵਾਲਾ ਕਬੂਲਦਾ ਹੈ ਔਰ ਉਹਨੂੰ ਲੱਗਦਾ ਕਿ ਮੈਂ ਇਸ ਤਰ੍ਹਾਂ ਗਾ ਲਵਾਂ। ਉਸ ਤਰ੍ਹਾਂ ਤੁਸੀਂ ਗਾ ਸਕਦੇ ਹੋ, ਗਾਉਣ ਨੂੰ ਤਾਂ ਤੁਸੀਂ ਜਿਸ ਤਰ੍ਹਾਂ ਗਾਣੇ ਗਾਓ ਤਾਂ ਜਿਵੇਂ ਮਰਜ਼ੀ ਗਾਓ, ਪਰ ਗੁਰੂ ਦੀ ਮਨਮਤ ਨਹੀਂ ਹੋ ਗਈ, ਮਨਮਤ ਹੋ ਗਈ ਨਾ, ਕਿ ਤੁਸੀਂ ਮੈਨੂੰ ਜੋ ਚੰਗਾ ਲੱਗਿਆ, ਮੇਰੀ ਮਨ ਦੀ ਜੋ ਮੌਜ ਹੈ, ਜਿਸ ਤਰ੍ਹਾਂ ਮੈਨੂੰ ਆਇਆ ਆਵੇਸ਼, ਮੈਂ ਉਸ ਤਰ੍ਹਾਂ ਉਸ ਨੂੰ ਗਾ ਦਿੱਤਾ। ਗਾਣ ਦੇ ਵਿੱਚ ਤਾਂ ਉਹ ਪ੍ਰਭਾਵਸ਼ਾਲੀ ਹੋਏਗਾ। ਮਤਲਬ ਅਜੇ ਤੁਸੀਂ ਸਮਝਦੇ ਹੋ ਵੀ ਇਸ ਪਾਸੇ ਕੰਮ ਕਰਨ ਦੀ ਲੋੜ ਹੈ? ਕੰਮ ਕਰਨ ਦੀ ਲੋੜ ਹੈ। ਤੁਹਾਡਾ ਸਵਾਲ ਜਿਹੜਾ ਸੀਗਾ ਕਿ ਕੀ ਇਹ ਰਾਗਾਂ ਦਾ ਕੋਈ ਸਮਾਂ ਹੁੰਦਾ ਹੈ? ਗੁਰੂ ਪਾਤਸ਼ਾਹ ਨੇ ਰਾਗਾਂ ਦੇ ਸਮੇਂ ਨੂੰ ਕੀਰਤਨ ਚੌਕੀਆਂ ਦੇ ਵਿੱਚ ਬੰਨਿਆ ਕਿ ਸਵੇਰ ਵੇਲੇ ਤੁਸੀਂ ਆਹ ਕੀਰਤਨ ਚੌਕੀ ਲਾਣੀ ਹੈ। ਦਰਬਾਰ ਸਾਹਿਬ ਹੈ ਨਾ, ਦਰਬਾਰ ਸਾਹਿਬ ਦੇ ਵਿੱਚ ਵੀ ਸਵੇਰੇ ਵੇਲੇ ਤੁਸੀਂ 3 ਪਹਿਰੇ ਦੀ ਕੀਰਤਨ ਚੌਕੀ ਲਾਣੀ ਹੈ। ਉਸ ਤੋਂ ਬਾਅਦ ਆਸਾ ਦੀ ਵਾਰ ਦੀ ਕੀਰਤਨ ਚੌਕੀ ਹੋਊਗੀ, ਫਿਰ ਪਹਿਲੇ ਪੈਰ ਤੋਂ ਲੈ ਕੇ ਪਹਿਲੇ ਤੇ ਦੂਸਰੇ ਪੈਰ ਦੇ ਵਿੱਚ ਫਿਰ ਆਹ ਰਾਗ ਹੋਣਗੇ, ਜਿਵੇਂ ਬਿਲਾਵਲ ਦੀਆਂ ਸਾਡੇ ਉੱਥੇ ਚੌਕੀਆਂ ਲੱਗਦੀਆਂ ਨੇ। ਤਾਂ ਉਹ ਸਾਰਾ ਇੱਕ ਸਿਸਟਮ ਬਣਾ ਕੇ ਦਰਬਾਰ ਸਾਹਿਬ ਦਿੱਤਾ ਜੀ ਪ੍ਰੋਪਰ, ਔਰ ਰਾਤ ਤੱਕ ਕਾਨੜੇ ਕਲਿਆਣ ਦੀ ਚੌਕੀ ਜਿਹੜੀ ਹੈ ਸਮਾਪਤੀ ਤੱਕ ਉਹ ਚੱਲਣੀ ਹੈ। ਉਹਦੇ 'ਚ ਰਾਗ, ਉਹਨਾਂ ਰਾਗਾਂ ਦੀ ਅਸੀਂ ਬਾਣੀ ਦਾ ਗਾਇਨ ਕਰਨਾ ਹੈ, ਸ਼ਬਦ ਸਿਲੈਕਟ ਕਰਕੇ। ਫਿਰ ਇਹ ਵੀ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਉਹ ਕੀਰਤਨ ਚੌਕੀ ਦੇ ਵਿੱਚ ਕਿਹੜੀ ਕਿਹੜੀ ਸ਼ੈਲੀ ਗਾਣੀ ਹੈ, ਮਗਲਾ ਚਰਨ ਕਰਨਾ, ਸ਼ਬਦ ਗਾਇਨ ਕਰਨਾ, ਫਿਰ ਬਾਅਦ 'ਚ 22 ਵਾਰਾਂ ਨੇ ਉਹਨਾਂ 'ਚ ਤੁਸੀਂ ਪੌੜੀ ਲਾਣੀ ਹੈ। ਇਹ ਸਾਰਾ ਗੁਰੂ ਪਾਤਸ਼ਾਹ ਨੇ ਸਥਾਪਿਤ ਕੀਤਾ ਹੈ, ਔਰ ਦਰਬਾਰ ਸਾਹਿਬ ਦੇ ਵਿੱਚ ਤਾਂ ਹੀ ਤਾਂ ਉੱਥੇ ਸਭ ਤੋਂ ਕੀਰਤਨ ਹੁੰਦਾ। ਅੱਠੇ ਪੈਰ ਕੀਰਤਨ ਦੀ ਧੁਨੀ ਜਿਹੜੀ ਹੈ ਗੂੰਜਦੀ ਹੈ, ਔਰ ਸਦੀਆਂ ਤੋਂ ਗੂੰਜ ਰਹੀ ਹੈ, ਸਦੀਆਂ ਤੱਕ ਗੂੰਜਦੀ ਰਹਿਣੀ ਹੈ। ਅਤੇ ਉਸ ਸਿਸਟਮ ਨੂੰ ਅਗਰ ਅਸੀਂ ਪਾਲਣ ਕਰਾਂਗੇ ਤਾਂ ਅਸੀਂ ਗੁਰਮਤਿ ਸੰਗੀਤ ਦੇ ਕਿ ਅਨੁਯਾਈ ਹੋਵਾਂਗੇ। ਅਗਰ ਅਸੀਂ ਨਹੀਂ ਕਰਾਂਗੇ ਤਾਂ ਉਹ ਸ਼ੈਲੀ ਹੋਰ ਹੋ ਜਾਏਗੀ। ਡਾਕਟਰ ਸਾਹਿਬ, ਹਿੰਦੁਸਤਾਨ ਤੋਂ ਬਾਹਰ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉੱਥੇ ਇਹ ਪਰੰਪਰਾਵਾਂ ਦਾ ਪਾਲਨ ਹੁੰਦਾ? ਦੇਖੋ, ਸਾਰੇ ਗੁਰਦੁਆਰੇ ਹਿੰਦੁਸਤਾਨ ਤੋਂ ਬਾਹਰ ਜਾਂ ਇੱਥੇ ਉਹਨਾਂ ਦੇ ਵਿੱਚ ਪਾਲਣ ਪੂਰਨ ਰੂਪ ਵਿੱਚ ਨਹੀਂ ਹੁੰਦਾ, ਪਰ ਆਸਾ ਦੀ ਵਾਰ ਔਰ ਸੋਦਰ ਇਹ ਕੁਝ ਕੀਰਤਨ ਚੌਕੀਆਂ ਨੇ ਜਿਹੜੀਆਂ ਲਗਾਈਆਂ ਜਾਂਦੀਆਂ ਨੇ। ਪਰ ਇਹਦੇ ਨਾਲ ਨਾਲ ਅਵੇਅਰਨੈਸ ਬਾਹਰ ਦੇ ਗੁਰੂ ਘਰਾਂ ਜਾਂ ਸੰਗਤ ਦੇ ਵਿੱਚ ਇੱਥੇ ਨਾਲੋਂ ਜ਼ਿਆਦਾ ਹੈ ਕਿ ਰਾਗਾਤਮਕ ਕੀਰਤਨ ਜਾਂ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਅਤੇ ਸ਼ੈਲੀਆਂ ਨੂੰ ਸੁਣਨ ਦੇ ਲਈ ਉਹ ਉਚੇਚੇ ਅਤੇ ਵਿਸ਼ੇਸ਼ ਪ੍ਰਬੰਧ ਕਰਦੇ ਨੇ। ਪਰ ਰੂਟੀਨ ਦੇ ਵਿੱਚ ਜਿਹੜਾ ਕੀਰਤਨ ਹੁੰਦਾ ਉਹ, ਕਿਉਂਕਿ ਉੱਥੇ ਜਿਹੜੇ ਉਹਨਾਂ ਦੇ ਕੀਰਤਨੀਏ ਪ੍ਰਚਾਰਕ ਨੇ, ਜੈਸੀ ਕਿਸੇ ਦੀ ਟ੍ਰੇਨਿੰਗ ਹੈ, ਜਿਸ ਤਰ੍ਹਾਂ ਦੀ ਕਿਸੇ ਦੀ ਕਲਾ ਸਾਧਨਾ ਹੈ, ਉਹ ਉਸੇ ਤਰ੍ਹਾਂ ਜਿੰਨੀ ਕੁ ਵਿੱਦਿਆ ਉਹਨਾਂ ਨੇ ਗ੍ਰਹਿਣ ਕੀਤੀ ਹੈ ਉਹ ਉਸ ਅਨੁਸਾਰ ਕੀਰਤਨ ਕਰਦੇ ਨੇ। ਉਹਦੇ ਵਿੱਚ ਕੀਰਤਨੀਆਂ ਦਾ ਜਾਂ ਸੰਗਤ ਦਾ ਕੋਈ ਦੋਸ਼ ਨਹੀਂ। ਉਸ ਵਿੱਚ ਹੈ ਕਿ ਕਿਉਂਕਿ ਪ੍ਰਬੰਧਕਾਂ ਦੇ ਵਿੱਚ ਇੰਨੀ ਜਾਗਰਤ ਹੀ ਨਹੀਂ, ਉਹਨਾਂ ਨੂੰ ਤਾਂ ਇਹ ਹੈ ਕਿ ਵੀ ਸਾਡਾ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਹੈ ਉਹ ਚੱਲਣਾ ਚਾਹੀਦਾ। ਔਰ ਗੁਰਮਤਿ ਪਰੰਪਰਾਵਾਂ ਦੇ ਵਿੱਚੋਂ ਇਹ ਜਿਹੜਾ ਗੁਰਮਤਿ ਸੰਗੀਤ ਦੀ ਅਵੇਅਰਨੈਸ ਹੈ ਉਹ ਘੱਟ ਹੋਣ ਕਾਰਨ, ਕਿਉਂਕਿ ਅਸੀਂ ਇੰਨਾ ਪ੍ਰਚਾਰ ਨਹੀਂ ਕਰ ਸਕੇ, ਅਤੇ ਉਹ ਸਾਡੀ ਹੀ ਕਿਤੇ ਕਮੀ ਹੈ ਕਿ ਅਸੀਂ ਉੱਥੇ ਹੋਰ ਜ਼ਿਆਦਾ ਜਿਹੜਾ ਹੈ ਸਹੀ ਪ੍ਰਵਰਤਨ ਜਿਹੜਾ ਹੈ ਉਹ ਅਜੇ ਨਹੀਂ ਲਿਆ ਸਕੇ। ਪਰ ਕਿਉਂਕਿ ਉੱਥੇ ਦੇ ਬੱਚੇ ਸਿੱਖ ਰਹੇ ਨੇ ਜੀ, ਮਾਪੇ ਬੜੇ ਅਵੇਅਰ ਨੇ ਆਪਣੇ ਵਿਰਸੇ ਨਾਲ ਆਪਣੇ ਬੱਚਿਆਂ ਨੂੰ ਜੋੜਨ ਦੇ ਲਈ।
ਉਹ ਇੱਕ ਖਾਸ ਕਿਸਮ ਦੇ ਲੋਕ ਨੇ ਜਿਹੜੇ ਉਹ ਵਿਸ਼ੇਸ਼ ਪ੍ਰਬੰਧ ਕਰਕੇ ਇਸ ਦੇ ਪ੍ਰਚਾਰ ਪ੍ਰਸਾਰ ਵਿੱਚ ਲੱਗੇ ਹੋਏ ਹਨ, ਔਰ ਬਹੁਤ ਸਾਰੇ ਗੁਰੂ ਘਰ ਆਪਣੇ ਕੀਰਤਨੀਆਂ ਨੂੰ ਵੀ ਸਿਖਾ ਰਹੇ ਨੇ। ਅੱਛਾ ਡਾਕਟਰ ਸਾਹਿਬ, ਤੁਹਾਡੇ ਸਮੇਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਐਫਰਟਸ ਹੋਈਆਂ, ਪੰਜਾਬੀ ਯੂਨੀਵਰਸਿਟੀ ਨੇ ਲੀਡ ਲਈ ਇਸ ਮਾਮਲੇ ਦੇ ਵਿੱਚ, ਹੌਲੀ ਹੌਲੀ ਮੈਨੂੰ ਲੱਗਦਾ ਵੀ ਉਹ ਸਭ ਕੁਛ ਫੇਰ ਕਰ ਗਿਆ ਉੱਥੋਂ। ਕੀ ਹੁਣ ਸ਼੍ਰੋਮਣੀ ਕਮੇਟੀ ਜਿਹੜੀ ਸਾਡੀ ਸਿਰਮੌਰ ਸੰਸਥਾ ਹੈ, ਇਹਦੇ ਵਿੱਚ ਕੋਈ ਪ੍ਰਬੰਧ ਹੋ ਰਹੇ ਨੇ ਹਜੇ? ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮਿਸ਼ਨਰੀ ਕਾਲਜਸ ਨੇ, ਔਰ ਦੇਖੋ ਅਸੀਂ ਪਿਛਲੇ ਸਮੇਂ 'ਚ ਹੁਣ ਇਸ ਵੇਲੇ ਦੀ ਜੋ ਪੰਥ ਦੀ ਸਥਿਤੀ ਹੈ, ਇਹ ਸਾਰੀਆਂ ਜਿਹੜੀਆਂ ਵਿਰਾਸਤੀ ਵਿਦਿਆਵਾਂ ਜਾਂ ਕਲਾਵਾਂ ਨੇ, ਉਹਨਾਂ ਦੀ ਸਾਂਭ ਸੰਭਾਲ ਜਾਂ ਪਬਲੀਕੇਸ਼ਨਸ ਜਾਂ ਹੋਰ ਇਹ ਸਾਰਾ ਕਾਰਜ ਜਿਹੜਾ ਹੈ, ਇਸ ਵਿੱਚ ਸਾਨੂੰ ਖੜੋਤ ਨਜ਼ਰ ਆਉਂਦੀ ਹੈ ਜੀ। ਠੀਕ ਹੈ, ਹੁਣ ਜਿੱਥੇ ਤੱਕ ਗੱਲ ਗੁਰਮਤਿ ਸੰਗੀਤ ਜਾਂ ਕੀਰਤਨ ਦੀ ਹੈ, ਉਸ ਸੰਬੰਧੀ ਬਹੁਤ ਅੱਛੇ ਉਪਰਾਲੇ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਸਾਡੇ ਮਿਸ਼ਨਰੀ ਕਾਲਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉੱਥੇ ਬੜੇ ਅੱਛੇ ਟੀਚਰ ਨੇ, ਔਰ ਉਹਨਾਂ ਨੂੰ ਇੱਕ ਜਿਹੜਾ ਖਾਸ ਕਿਸਮ ਦੇ ਜਿਹੜੇ ਪਾਠਕ੍ਰਮ ਨੇ, ਉਹਨਾਂ ਵਿੱਚ ਇਕਸਾਰਤਾ ਔਰ ਇਕਸੁਰਤਾ ਚਾਹੀਦੀ ਹੈ ਜੀ। ਔਰ ਫਿਰ ਉੱਥੇ ਤੰਤੀ ਸਾਜ਼ ਸਿਖਾਏ ਜਾਣ। ਪਿੱਛੇ ਗੱਲ ਚੱਲੀ ਸੀ ਕਿ ਦਰਬਾਰ ਸਾਹਿਬ ਤੰਤੀ ਸਾਜ਼ ਇੰਟਰੋਡਿਊਸ ਕਰ ਦਈਏ, ਬਿਲਕੁਲ ਅਸੀਂ ਵੀ 2006 ਵਿੱਚ ਪੰਜਾਬੀ ਯੂਨੀਵਰਸਿਟੀ 'ਚ ਜਦੋਂ ਅਸੀਂ ਕੀਤਾ ਸੀ, ਤੁਸੀਂ ਸਾਰਾ ਕਵਰ ਕੀਤਾ ਸੀ, ਤਾਂ ਉਹ 2006 ਵਿੱਚ ਅਸੀਂ ਜਿਹੜਾ ਚੌਥਾ ਕੀਰਤਨੀਆ ਹੈ ਤੰਤੀ ਸਾਜ਼ ਵਜਾਉਣ ਵਾਲਾ, ਉਹ ਸਾਡੇ ਵਿਦਿਆਰਥੀ ਉੱਥੇ ਭਰਤੀ ਕੀਤੇ ਗਏ, ਔਰ ਹੁਣ ਤੱਕ ਉਹ ਪਰੰਪਰਾ ਬਾਖੂਬੀ ਚੱਲ ਰਹੀ ਹੈ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧੰਨਵਾਦੀ ਹਾਂ। ਪਰ ਇਹਦੇ ਨਾਲ ਹੀ ਨਾਲ ਅਗਰ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਾ ਹੈ, ਔਰ ਇਹ ਜਿਹੜੇ ਇਸ ਵੇਲੇ ਵੀ ਉੱਥੇ ਮੈਨੂੰ ਦੱਸਿਆ ਗਿਆ ਕਿ ਇਸ ਵੇਲੇ 120 ਦੇ ਕਰੀਬ ਕੀਰਤਨੀਏ ਜਥੇ ਨੇ, ਉਹਨਾਂ ਵਿੱਚ ਬਹੁਤ ਸਾਰੇ ਐਸੇ ਕੀਰਤਨੀਏ ਜਿਹੜੇ ਤੰਤੀ ਸਾਜ਼ਾਂ ਨਾਲ ਕੀਰਤਨ ਕਰ ਸਕਦੇ ਨੇ ਜੀ। ਪਰ ਤੰਤੀ ਸਾਜ਼ ਨਾਲ ਕੀਰਤਨ ਕਰਨ ਲਈ ਸਾਨੂੰ ਆਮ ਕੀਰਤਨੀਏ ਨਾਲੋਂ 4-5 ਗੁਣਾ ਜ਼ਿਆਦਾ ਮਿਹਨਤ ਕਰਨੀ ਪੈਂਦੀ। ਹੁਣ ਜਿਹੜਾ ਵਿਅਕਤੀ ਜ਼ਿਆਦਾ ਸਾਧਨਾ ਕਰ ਰਿਹਾ, ਜ਼ਿਆਦਾ ਮਿਹਨਤ ਕਰ ਰਿਹਾ, ਉਹਨੂੰ ਉਸ ਦਾ ਸੇਵਾ ਫਲ ਵੀ ਜ਼ਿਆਦਾ ਮਿਲਣਾ ਚਾਹੀਦਾ। ਗੁਰੂ ਪਾਤਸ਼ਾਹ ਦੀ ਕਿਰਪਾ ਉਸ 'ਤੇ ਹੋਣੀ ਹੋਣੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਿਰਪਾ ਕਰੇ ਔਰ ਉਹਨਾਂ ਨੂੰ ਕੋਈ ਖਾਸ ਗ੍ਰੇਡ ਦੇਵੇ, ਔਰ ਉਹਨਾਂ ਦੇ ਬੰਦਸ਼ ਲਗਾਵੇ ਕਿ ਬਈ ਤੁਸੀਂ ਤੰਤੀ ਸਾਜ਼ਾਂ 'ਤੇ ਹੀ ਕੀਰਤਨ ਕਰਨਾ, ਔਰ ਫਿਰ ਉਹਨਾਂ ਦੀ ਕੀਰਤਨ ਕਰਨ ਦੇ ਲਈ ਉਹਨਾਂ ਦੀ ਓਰੀਐਂਟੇਸ਼ਨ ਹੋਵੇ, ਉਹਨਾਂ ਨੂੰ ਪਤਾ ਹੋਵੇ ਕਿ ਵੀ ਉਸ ਦੀ ਅਗਰ 10 ਦਿਨ ਬਾਅਦ ਉਸ ਦੀ ਡਿਊਟੀ ਹੈ ਤਾਂ ਉਸ ਦੇ ਕੋਈ ਐਸਾ ਜਿਹੜਾ ਵੀ ਇੰਚਾਰਜ ਕੀਰਤਨੀਆ ਹੈ ਜਾਂ ਉਹਨਾਂ ਦਾ ਕੋਈ ਉਹ ਉਹਨਾਂ ਤੋਂ ਕਹੇ ਕਿ ਤੁਸੀਂ ਕੀ ਗਾਓਗੇ ਉੱਥੇ, ਤੰਤੀ ਸਾਜ਼ਾਂ ਨਾਲ ਤਾਂ ਡਿਊਟੀ ਹੋਣੀ ਹੈ, ਤੁਸੀਂ ਉਸ ਦੀ ਬਾਕਾਇਦਾ, ਜੇ ਹੁਣ ਸਟੂਡੀਓ ਰਿਕਾਰਡਿੰਗ ਦੇ ਵਿੱਚ ਕੀਰਤਨੀਆ ਨੇ ਜਾਣਾ ਜਾਂ ਉਹ ਆਪਣੀ ਇੱਕ ਰਿਕਾਰਡਿੰਗ ਕਰਾਉਣੀ ਹੈ, ਤੇ ਉਸ ਦੇ ਲਈ ਉਹ ਕਈ ਮਹੀਨੇ ਪਹਿਲਾਂ ਰਿਆਜ਼ ਕਰਦੇ ਨੇ ਜੀ ਕਿ ਮੈਂ ਕੰਪੋਜੀਸ਼ਨ ਗਾਣੀ ਹੈ, ਪ੍ਰੈਕਟਿਸ ਕਰਦੇ ਨੇ, ਫਿਰ ਉੱਥੇ ਕਰਦੇ ਨੇ। ਤੇ ਜੇ ਸਰਵੋਤਮ ਸੀਟ ਦੇ ਉੱਪਰ ਜਦੋਂ ਬੈਠਣਾ, ਉੱਥੇ ਕੈਜੂਅਲੀ ਅਸੀਂ ਚਲੇ ਜਾਈਏ, ਜੋ ਮਰਜ਼ੀ ਗਾ ਦਈਏ, ਤਾਂ ਪੋਸੀਬਲ ਨਹੀਂ ਨਾ। ਸੋ ਕੋਈ ਨਾ ਕੋਈ ਰਿਕਾਰਡ ਹੋਵੇ ਕਿ ਅਸੀਂ ਉੱਥੇ ਜਾ ਕੇ ਇਹਨਾਂ ਤੰਤੀ ਸਾਜ਼ ਵਾਲਿਆਂ ਨੇ ਜਾਂ ਦੂਸਰੇ ਕੀਰਤਨੀਆਂ ਨੇ ਕਿਹੜੀ ਬਾਣੀ ਗਾਣੀ, ਉਹ ਪ੍ਰੂਵ ਕੀਤੀ ਜਾਵੇ, ਕਿਉਂਕਿ ਉਹ ਰਿਪਰੈਜ਼ੈਂਟ ਕਰ ਰਹੇ ਨੇ ਗੁਰੂ ਦੀ ਬਾਣੀ ਨੂੰ, ਜੋ ਗੁਰੂ ਗ੍ਰੰਥ ਸਾਹਿਬ 'ਚ ਹੈ, ਉਹ ਰਿਪਰੈਜ਼ੈਂਟ ਕਰ ਰਹੇ ਨੇ। ਉੱਥੇ ਗੁਰੂ ਅਰਜਨ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਦਾ ਸਥਾਨ ਹੈ, ਔਰ ਉੱਥੇ ਭਾਈ ਸੱਤਾ ਬਲਵੰਡ ਰਬਾਬੀ ਉਹਨਾਂ ਦਾ ਸਥਾਨ ਹੈ, ਜਿੱਥੇ ਬੈਠ ਕੇ ਉਹਨਾਂ ਨੇ ਗਾਇਨ ਕਰਨਾ। ਅਤੇ ਉੱਥੇ ਗਾਇਨ ਕਰਨ ਲਈ ਕੋਈ ਨਿਯਮਾਵਲੀ ਬਣਨੀ ਚਾਹੀਦੀ ਹੈ, ਔਰ ਪਹਿਲਾਂ ਫਿਕਸ ਹੋਵੇ ਕਿ ਇਹ ਬਾਣੀ ਜਿਹੜੀ ਹੈ ਇਹ ਉੱਥੇ ਸ਼ਬਦ ਇਸ ਰਾਗ ਦੇ ਵਿੱਚ ਔਰ ਇਸ ਵਿਧੀ ਦੁਆਰਾ ਜੋ ਗੁਰੂ ਪਾਤਸ਼ਾਹ ਨੇ ਸ਼ਬਦ ਕੀਰਤਨ ਚੌਕੀ ਲਗਾਉਣ ਦੀ ਵਿਧੀ ਦੱਸੀ ਹੈ, ਉਹ ਉਸ ਅਨੁਸਾਰ ਅਸੀਂ ਕੀਰਤਨ ਉੱਥੇ ਕਰਾਂਗੇ। ਇਸੇ ਸਟੱਫ ਦੇ ਵਿੱਚੋਂ ਹੀ ਅਸੀਂ ਉਹ ਤੰਤੀ ਸਾਜ਼ਾਂ ਵਾਲੇ ਕੱਢ ਸਕਦੇ ਹਾਂ। ਫਿਰ ਨਾਲ ਅਸੀਂ ਜਿਹੜੇ ਸਾਡੇ ਮਿਸ਼ਨਰੀ ਕਾਲਜਸ ਨੇ, ਉਹਨਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇਈਏ ਤੰਤੀ ਸਾਜ਼ਾਂ ਦੀ। ਬਹੁਤ ਕੋਈ ਬਿਖੜਾ ਕੰਮ ਨਹੀਂ ਕਿ ਨਹੀਂ ਹੋ ਸਕਦਾ, ਉਹਨਾਂ ਨੂੰ ਬਹੁਤ ਸੁਰੀਲੇ ਨੇ ਸਾਡੇ ਕੀਰਤਨੀਏ, ਬੜੇ ਮਿਹਨਤੀ ਨੇ, ਔਰ ਸਮਰਪਿਤ ਨੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਜਿਹੜੇ ਸਾਲ ਨੇ, ਜੋ ਉਹਨਾਂ ਦੀ ਕੀਰਤਨੀਆਂ ਦੀ ਏਜ ਹੁੰਦੀ ਹੈ ਜਦੋਂ ਐਡਮਿਸ਼ਨ ਲੈਂਦੇ ਨੇ, ਸਾਰੇ ਕੰਮਾਂ ਉਹ ਕੰਪਿਊਟਰ ਨਹੀਂ ਸਿੱਖ ਸਕਦੇ, ਉਹ ਹੋਰ ਕੋਰਸਿਸ ਵਿੱਚ ਜਾ ਸਕਦੇ ਨੇ, ਪਰ ਆਪਣੀ ਜ਼ਿੰਦਗੀ ਉਹ ਸਮਰਪਿਤ ਕਰ ਰਹੇ ਨੇ ਇਸ ਗੁਰਮਤਿ ਸੰਗੀਤ ਨੂੰ ਜਾਂ ਪ੍ਰੀਚਿੰਗ ਲਾਈਨ ਨੂੰ। ਅਤੇ ਹੁਣ ਅਸੀਂ ਤਾਂ ਉਹਨਾਂ ਦੇ ਧੰਨਵਾਦੀ ਹਾਂ, ਉਹਨਾਂ ਦੇ ਬਲਿਹਾਰੇ ਜਾਂਦੇ ਹਾਂ ਕਿ ਉਹਨਾਂ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਹੁਣ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ, ਉਹਨਾਂ ਨੂੰ 2-4-5 ਸਾਲ ਦੀ ਟ੍ਰੇਨਿੰਗ ਦੇ ਕੇ ਅਸੀਂ, ਔਰ ਉਹਨਾਂ ਨੂੰ ਅਸੀਂ ਦਰਬਾਰ ਸਾਹਿਬ ਲਗਾਈਏ। ਪਹਿਲਾਂ ਦਰਬਾਰ ਸਾਹਿਬ ਤੋਂ ਪਹਿਲਾਂ ਉਹਨੂੰ ਜਿਹੜੇ ਦੂਸਰੇ ਗੁਰੂ ਘਰ ਨੇ ਉਹਨਾਂ ਵਿੱਚ ਲਾਈਏ, ਉੱਥੇ ਉਹਨਾਂ ਦੀ ਪ੍ਰੈਕਟਿਸ ਹੋਏਗੀ, ਸਾਧਨਾ ਹੋਏਗੀ। ਕੁਛ ਦੇਰ ਬਾਅਦ ਉਹਨਾਂ ਨੂੰ ਫਿਰ ਅਸੀਂ ਜਿਸ ਤਰ੍ਹਾਂ ਹੈ ਉਹਨਾਂ ਨੂੰ
ਤੁਸੀਂ ਉਹਨਾਂ ਦਾ ਬਾਕਾਇਦਾ ਉਹਨਾਂ ਦੇ ਇਵੈਲੂਏਸ਼ਨ ਕਰਕੇ ਮੁਲਾਂਕਣ ਕਰਕੇ ਦਰਬਾਰ ਸਾਹਿਬ ਲਗਾਓ। ਦਰਬਾਰ ਸਾਹਿਬ ਵਿੱਚ ਵੀ ਜਦੋਂ ਉਹਨਾਂ ਨੇ ਡਿਊਟੀ ਕਰਨੀ ਹੈ ਤਾਂ ਉਹਨਾਂ ਦੇ ਕੋਲੋਂ 10-15 ਕੀਰਤਨ ਚੌਕੀਆਂ ਉਹਨਾਂ ਦੀਆਂ ਤਿਆਰ ਹੋਣ ਜੀ। 3 ਪਹਿਰੇ ਤੋਂ ਲੈ ਕੇ ਰਾਤ ਤੱਕ ਕਾਨੜੇ ਕਲਿਆਣ ਤੱਕ ਉਹ ਸਾਰੀਆਂ ਕੀਰਤਨ ਚੌਕੀਆਂ ਕਿ ਮੈਂ ਹਰ ਕੀਰਤਨੀਆਂ ਦੇ ਹੋਏ ਕਿ ਅੱਜ ਤੇਰੀ ਡਿਊਟੀ 3 ਪਹਿਰੇ ਦੀ ਲੱਗ ਗਈ ਤਾਂ ਤੂੰ 10 ਵੀ ਕਿਹੜੀਆਂ 5 ਕੀਰਤਨ ਚੌਕੀਆਂ ਲਗਾਏਂਗਾ ਜੀ। ਇਸ ਤਰ੍ਹਾਂ ਦੀ ਸਾਨੂੰ ਇਹ ਸਿਸਟਮ ਬਣਾਉਣ ਦੀ ਲੋੜ ਹੈ ਤਾਂ ਕਿ ਕਿਸੇ ਵੇਲੇ ਕਹਿੰਦੇ ਕਿ ਸਾਰੀ ਦੁਨੀਆ ਇੱਥੇ ਆ ਕੇ ਕੀਰਤਨ ਸੁਣਦੀ ਹੁੰਦੀ ਸੀ ਜੀ, ਇੰਨਾ ਅੱਛਾ ਕੀਰਤਨ ਹੁੰਦਾ ਸੀ। ਇੱਥੋਂ ਕਹਿੰਦੇ ਸੀ ਕਿ ਜਿਹੜੇ ਦੂਸਰੇ ਸੰਗੀਤ ਵਾਲੇ ਆਪਣੀਆਂ ਧੁਨਾਂ ਲੈਂਦੇ ਸੀ ਜਾਂ ਰਵਿੰਦਰਨਾਥ ਟੈਗੋਰ ਵਰਗੇ ਵੀ ਕਹਿੰਦੇ ਸੀ ਕਿ ਜੀ ਜੇ ਮੈਨੂੰ ਇੱਥੋਂ ਮੈਂ ਦਰਬਾਰ ਸਾਹਿਬ ਮੈਂ ਆਇਆ ਅਤੇ ਅਗਰ ਮੈਨੂੰ ਇੱਥੋਂ ਇੱਕ ਚੀਜ਼ ਚੁਰਾਉਣ ਦੀ ਆਗਿਆ ਹੋਵੇ ਤਾਂ ਮੈਂ ਭਾਈ ਸੁੰਦਰ ਸਿੰਘ ਜੀ ਨੂੰ ਚੁਰਾ ਲਵਾਂ, ਇਹ ਇੰਨਾ ਅੱਛਾ ਕੀਰਤਨ ਕਰਦੇ ਨੇ। ਇਹ ਇਦੋਂ ਵੱਡਾ ਕੰਪਲੀਮੈਂਟ ਕੀ ਹੋ ਸਕਦਾ ਸਾਡੇ ਲਈ ਕਿ ਇੰਨੇ ਅੱਛੇ ਅੱਛੇ ਰਬਾਬੀ ਰਾਗੀ ਕੀਰਤਨੀ ਉੱਥੇ ਕੀਰਤਨ ਕਰਦੇ ਹੁੰਦੇ ਸੀ। ਅਗਰ ਉਹ ਕਰਦੇ ਸੀ ਤੇ ਹੁਣ ਵੀ ਸਾਡੇ ਕੋਲ ਟੈਲੈਂਟ ਤਾਂ ਬਹੁਤ ਹੈ ਪਰ ਅਸੀਂ ਉਹਨੂੰ ਆਰਗੇਨਾਈਜ਼ ਤੇ ਸਟਰਕਚਰ ਨਹੀਂ ਕਰ ਪਾ ਰਹੇ। ਉਹ ਹੋਣਾ ਚਾਹੀਦਾ। ਮੈਂ ਤੁਹਾਡੇ ਮਾਧਿਅਮ ਰਾਹੀਂ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਾਂਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਖ਼ਾਸ ਤੌਰ 'ਤੇ ਇਹ ਸਾਰਾ ਕੁਝ ਜੋ ਚੱਲ ਰਿਹਾ ਹੈ ਇਸ ਵੇਲੇ ਅਕਾਲ ਤਖਤ ਔਰ ਪੋਲੀਟੀਕਲ ਸਿਨੈਰੀਓ, ਉਸ ਦੇ ਨਾਲ ਨਾਲ ਉਹ ਤਾਂ ਚੱਲੀ ਜਾਣਾ, ਉਹ ਤਾਂ ਦੁਨੀਆਦਾਰੀ ਹੈ। ਦੁਨਿਆਵੀ ਤੌਰ 'ਤੇ ਤਾਂ ਬਹੁਤ ਕੁਝ ਹੋ ਰਿਹਾ ਪਰ ਜਿਹੜਾ ਉਹ ਪਰਾਲੌਕਿਕ ਜਗਤ ਦੀ ਜਿਹੜੀ ਸੀਟ ਹੈ ਉਸ ਦੀ ਸੰਭਾਲ ਕਰਨੀ ਬੜੀ ਜ਼ਰੂਰੀ ਹੈ, ਬਹੁਤ ਜ਼ਰੂਰੀ, ਕਿਉਂਕਿ ਉੱਥੋਂ ਹੀ ਸਾਡੀ ਜੜ੍ਹ ਤਾਂ ਉਹ ਹੈ। ਹੁਣ ਉੱਥੇ ਦੇ ਕਸਟੋਡੀਅਨ ਵੀ ਸਾਡੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ, ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਆਪਾਂ ਇਸ ਕੀਰਤਨ ਦੇ ਵਿੱਚ ਹੋਰ ਸੁਧਾਰ ਲਿਆ ਸਕਦੇ ਹਾਂ ਅਗਰ ਇਹ ਸਾਡੀਆਂ ਬੇਨਤੀਆਂ ਤੁਸੀਂ ਸਵੀਕਾਰ ਕਰੋ। ਇਹਦੇ ਨਾਲ ਕੀ ਹੋਏਗਾ ਕਿ ਕੀਰਤਨ ਇੱਥੇ ਜੈਸਾ ਕੀਰਤਨ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ, ਇਹ ਗੁਰੂ ਗ੍ਰੰਥ ਸਾਹਿਬ ਜਿਵੇਂ ਵਿਸ਼ਵ ਦੇ ਵਿੱਚ ਇੱਕ ਵੱਡਾ ਧਾਰਮਿਕ ਗ੍ਰੰਥ ਹੈ, ਉਸੇ ਤਰ੍ਹਾਂ ਹੀ ਕੀਰਤਨ ਅਤੇ ਸੰਗੀਤ ਦਾ ਸ਼ਬਦ ਕੀਰਤਨ ਪੱਧਤੀ ਦਾ ਵੀ ਇੱਕ ਬਹੁਤ ਵਿਸ਼ਾਲ ਗ੍ਰੰਥ ਹੈ ਔਰ ਚਿਰੰਜੀਵੀ ਇਹ ਸਦੀਆਂ ਤੱਕ ਰਹਿਣ ਵਾਲਾ ਹੈ। ਅਗਰ ਅਸੀਂ ਇਸ ਨੂੰ ਸਥਾਪਿਤ ਕਰ ਗਏ, ਅਸੀਂ ਇਸ ਪਰੰਪਰਾ ਨੂੰ ਤੇ ਤਾਂ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਸੌਰ ਜਾਣਗੀਆਂ। ਔਰ ਅਗਰ ਅਸੀਂ ਇਹਨੂੰ ਡਿਲੂਟ ਕਰ ਗਏ, ਇਸ ਵਿੱਚ ਅਸੀਂ ਸੰਭਾਲ ਨਾ ਕਰ ਸਕੀਏ ਤੇ ਫਿਰ ਇਹ ਸਾਰੀ ਪਰੰਪਰਾ ਜਿਹੜੀ ਹੈ ਸਾਡੇ ਹੱਥਾਂ ਵਿੱਚੋਂ ਗਿਰ ਜਾਏਗੀ, ਰੇਤੇ ਵਾਂਗੂ ਗਿਰ ਜੂਗੀ ਔਰ ਸਾਡੇ ਖਾਲੀ ਹੱਥ ਰਹਿ ਜਾਣਗੇ। ਫਿਰ ਤੁਸੀਂ ਨਾ ਤੁਹਾਨੂੰ ਰਾਗ ਲੱਭਣੇ ਨੇ, ਨਾ ਰਾਗਾਂ ਦਾ ਸਮਾਂ ਲੱਭਣਾ, ਨਾ ਗਾਉਣ ਦੀ ਟੈਕਨੀਕ ਲੱਭਣੀ ਹੈ, ਨਾ ਤੁਹਾਡੇ ਤੰਤੀ ਸਾਜ਼ ਲੱਭਣੇ। ਫਿਰ ਬਹੁਤ ਸਾਲ ਨਹੀਂ ਹੋਏ, ਸਾਡੇ ਜੀਨਸ ਦੇ ਵਿੱਚ ਗੁਰੂ ਨਾਨਕ ਦਾ ਸੰਗੀਤ ਹੈ, ਸ਼ਬਦ ਦੇ ਗਾਣ ਦੀ ਵਿਧੀ ਹੈ। ਸੰਗਤ ਆਪ ਤੁਸੀਂ ਗਾਇਨ ਕਰਦੇ ਹੋ, ਸੰਗਤ ਆਪ ਮੋਹਰੇ ਨਾਲ ਗਾਣ ਲੱਗ ਜਾਂਦੀ ਹੈ। ਕਿਹੜੀ ਦੁਨੀਆ ਦੀ ਐਸੀ ਪਰੰਪਰਾ ਹੈ ਜੀ ਜਿਨ੍ਹਾਂ ਨੂੰ ਗਾਣਾ ਆਉਂਦਾ? ਸਾਡੀ ਤਾਂ ਸੰਗਤ ਬਹੁਤ ਵਧੀਆ ਗਾਉਂਦੀ ਹੈ, ਸਾਡੇ ਕੀਰਤਨੀਏ ਬਹੁਤ ਅੱਛਾ ਗਾਉਂਦੇ ਨੇ। ਅਤੇ ਗੁਰੂ ਅਰਜਨ ਪਾਤਸ਼ਾਹ ਦੀ ਸਾਡੇ 'ਤੇ ਅਸੀਸ ਹੈ। ਉਹਨਾਂ ਨੇ ਕਿਹਾ ਸੀ ਕਿ ਚੱਕੋ ਸਾਜ਼ ਗਾਓ, ਰਾਗ ਸਾਨੂੰ ਦੇ ਦਿੱਤੇ, ਸ਼ੈਲੀਆਂ ਸਾਨੂੰ ਦੇ ਦਿੱਤੀਆਂ, ਕਿਵੇਂ ਗਾਣਾ ਉਹ ਦੇ ਦਿੱਤਾ, ਸਾਨੂੰ ਮਿੱਠੇ ਬਣਾਉਣਾ ਹੈ। ਔਰ ਕੌਮ ਦੇ ਵਿੱਚ ਅਗਰ ਤੁਸੀਂ ਕੀਰਤਨ ਦਾ ਸੰਗੀਤ ਦਾ ਪ੍ਰਚਾਰ ਕਰੋਗੇ ਤਾਂ ਜਿਹੜੀ ਆਪਾ ਧਾਪੀ ਪਈ ਹੋਈ ਸਾਡੀ ਬੁੱਧ ਵੀ ਠੀਕ ਹੋਊਗੀ ਔਰ ਸਾਨੂੰ ਸਮਰੱਥਾ ਸ਼ਕਤੀ ਵੀ ਮਿਲੂਗੀ, ਚੰਗਾ ਸੋਚਣ ਨੂੰ ਮਿਲੇਗਾ। ਇਕੱਲਾ ਪਾਠ ਕਰਨ ਨਾਲ ਨਹੀਂ, ਕੀਰਤਨ ਨੂੰ ਸੁਣਨ ਦੇ ਨਾਲ ਵੀ ਸਾਡੇ ਮਨਾਂ ਤਪਦੇ ਮਨ ਜਿਹੜੇ ਨੇ ਠਰਨਗੇ ਔਰ ਸਾਡੀ ਸੋਚ ਜਿਹੜੀ ਹੈ ਤਖੇਰੀ ਹੋਏਗੀ। ਔਰ ਜਿੰਨੀ ਦੇਰ ਤੱਕ ਇਹ ਸਵਾਦ ਤੋਂ ਫਿਰ ਸਮਾਦ ਵਾਲਾ ਜਿਹੜਾ ਸਫ਼ਰ ਹੈ ਉਹ ਤੈਅ ਹੋਊਗਾ ਤਾਂ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਹੌਲੀ ਹੌਲੀ ਸਾਲਵ ਹੋ ਜਾਣਗੀਆਂ। ਇਹ ਬਾਣੀ ਨਾਲੋਂ ਟੁੱਟਣ ਦੀਆਂ ਜਿਹੜੀਆਂ ਨੇ ਨਿਸ਼ਾਨੀਆਂ ਹੁੰਦੀਆਂ ਨੇ, ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ। ਡਾਕਟਰ ਸਾਹਿਬ, ਤੁਸੀਂ ਬੜੇ ਲੰਬੇ ਸਫ਼ਰ 'ਤੇ ਵਾਪਸ ਪਹੁੰਚਣਾ ਅਤੇ ਉਸ ਤੋਂ ਪਹਿਲਾਂ ਤੁਸੀਂ ਇੰਨਾ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ। ਪਰ ਇਸ ਤੋਂ ਪਹਿਲਾਂ ਕੋਈ ਸਵਾਲ ਜਿਹੜਾ ਮੈਂ ਨਾ ਪੁੱਛਿਆ ਹੋਵੇ ਤੇ ਤੁਸੀਂ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਹਾਂ, ਮੈਂ ਤਾਂ ਬਸ ਇਹ ਕਹਾਂਗਾ ਕਿ ਤੁਸੀਂ ਪਹਿਲਾਂ ਵੀ ਸਾਨੂੰ ਬਹੁਤ ਸਪੋਰਟ ਕੀਤਾ ਗੁਰਮਤਿ ਸੰਗੀਤ ਨੂੰ, ਕਿਉਂਕਿ ਇਹ ਇੱਕ ਐਸਾ ਵਿਰਾਸਤੀ ਵਿਸ਼ਾ ਹੈ ਕਿ ਅਗਰ ਤੁਹਾਡੇ ਵਰਗੇ ਸੋਸ਼ਲ ਮੀਡੀਆ 'ਤੇ ਹੋਰ ਵੀ ਬਹੁਤ ਪ੍ਰਚਾਰ ਹੋ ਰਿਹਾ, ਪਰ ਅਗਰ ਅਸੀਂ ਗੁਰਮਤਿ ਔਰ ਗੁਰਮਤਿ ਸੰਗੀਤ ਔਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਪੱਖਾਂ ਨੂੰ ਉਜਾਗਰ ਕਰਾਂਗੇ ਦੁਨੀਆ ਦੇ ਸਨਮੁਖ, ਤਾਂ ਸਾਡੀ ਬੜੀ ਵੱਡੀ ਸੇਵਾ ਹੋਏਗੀ। ਹੁਣ ਇਸ ਵੇਲੇ ਆ ਸੋਸ਼ਲ ਮੀਡੀਆ ਔਰ ਮੀਡੀਆ ਨੂੰ ਅਸੀਂ ਆਪਣੇ ਧਰਮ ਦੇ ਪ੍ਰਚਾਰ ਲਈ ਵਰਤੀਏ, ਕਿਉਂਕਿ ਇਹੀ ਇੱਕ ਵਸੀਲਾ ਰਹਿ ਗਿਆ। ਪ੍ਰਕਾਸ਼ਨਾਵਾਂ ਦਾ ਕੰਮ ਥੋੜ੍ਹਾ ਜਿਹਾ ਮੱਠਾ ਪੈ ਗਿਆ, ਪਰ ਤੁਸੀਂ ਬਹੁਤ ਸੇਵਾ ਕਰ ਸਕਦੇ ਹੋ। ਤੁਹਾਡੇ ਵਰਗੇ ਜਿਹੜੇ ਜਾਗਰੂਕ ਇਨਸਾਨ ਨੇ, ਜਿਨ੍ਹਾਂ ਦੇ ਜਿਹੜੇ ਸਿੱਖੀ ਨੂੰ ਵੀ ਸਮਝਦੇ ਨੇ, ਜਿਹੜੇ ਆਪਣੇ ਪਰਿਵਾਰ ਔਰ ਸੰਸਕਾਰੀ ਰੂਪ ਦੇ ਵਿੱਚ ਵੀ ਪੂਰਨ ਸਿੱਖ ਨੇ, ਔਰ ਤੁਸੀਂ ਹੀ ਇਹ ਕਰ ਸਕਦੇ ਹੋ। ਔਰ ਜੋ ਇਹ ਸੋਸ਼ਲ ਮੀਡੀਆ ਨੂੰ ਆਪਾਂ ਸ਼ਿਕਾਇਤ ਕਰਦੇ ਹਾਂ, ਉਹ ਸ਼ਿਕਾਇਤ ਨੂੰ ਆਪਾਂ ਹੁਣ ਅੱਛੇ ਯਤਨਾਂ ਵਿੱਚ
ਸਾਰਥਕ ਯਤਨਾਂ ਵਿੱਚ ਪਰਿਵਰਤਿਤ ਕਰ ਦਈਏ, ਤਾਂ ਕਿ ਜੋ ਸਾਡੇ ਹੱਥ ਵਿੱਚ ਹਥਿਆਰ ਹੈ ਮੀਡੀਆ ਦਾ, ਉਸ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਪ੍ਰਸਾਰ, ਗੁਰਮਤਿ ਦੇ, ਸਿੱਖੀ ਦੇ ਪ੍ਰਚਾਰ ਦੇ ਲਈ ਅਸੀਂ ਵਰਤੀਏ। ਗੁਰੂ ਸਾਹਿਬ ਮਿਹਰ ਬਣਾ ਕੇ ਰੱਖਣ ਇਸ ਤਰੀਕੇ ਨਾਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।